कहाँ बुद्ध प्रभु तुच्छ हमारी, बार न सकै महिमा जो तिहारी। हम ना सकत कर सिफ्त तुम्हारी, आप ले हो तुम कथा सुधारी। मुँह कुचरे शास्त्र खट, पिंग गिरन चढ़ जाए। आंध लखै बदरो सुने, ज्यों काल कृपा कराए। हे रव हे सस हे करुणा निध, मेरी अभय बिनती सुन लीजिए। और न मांगत हो तुम ते कछ, चाहत हो चित में सोई कीजिए। शास्त्रण स्योवत हिरण पीतर, जूझ मरो तो साजपति जय। शांत सहाय सदा जग माहे, कृपा कर श्याम है वर दीजय। सतनाम श्री वाहेगुरु साहेब जी। चाचरी छंद त्वा प्रसाद, गोबिंदे मुकुंदे उधारे अपारे। हरियं करियं निर्नाम नाम में अकाम में, गोविंदे मुकुंदे उधारे अपारे। वाहिगुरु जी का खालसा, वाहिगुरु जी की फतेह। जुगो जुग अटल तख्त चवर छत्र जी दे मालक, पंथ दे वाली सहबे कमाल, धन श्री गुरु ग्रंथ साहिब जी महाराज जी दी करोड़ बख्शिश सदका, लख बख्शिश सदका, अपार बख्शिश सदका, जो दासा ने पंथ दे वाली दसवें पातशाह साहिब श्री गुरु गोबिंद सिंह साहिब जी महाराज जी की रचित बाणी, श्री गुरु दसम ग्रंथ साहिब जी की बाणी, जो अकाली बाणी है, उसकी लड़ीवार कथा गुरु साहबान शहीदा सिंघां की कृपा सदका पर आरंभ करी है। सो माता जी की कृपा के सदका जो ये कथा है, जाप साहिब दी जो पौड़ी 93 तक हो चुकी है, मधुपार छंद जो संपूर्ण हो चुका है। सो ये लड़ीवार कथा की जो रिकॉर्डिंग है हुण ये 94वीं पौड़ी चाचरी छंद गोबिंदे मुकुंदे वाली तो शुरू होवेगी। सो आओ मनोबिरतियां एकागर करिए जी, अते कथा दे विच सुरती जोड़िए जी। सतनाम श्री वाहेगुरु साहिब जी। चाचरी छंद। सो सात संगत जी जो ये छंद है ना चाचरी, सो ये छंद की बड़ी ही ज़्यादा महानता है, बड़ी ही ज़्यादा पावर है छंद दे विच। सो सात संगत जी पुरातन ਸਿੰਘਾਂ तो पता लगता है बई जदों ना ਸਿੰਘ किसी भी तुर्क दे नाल युद्ध करते सन ना, ਤਾਂ ਤੁਰਕ ਆਪਣੀਆਂ ਕਲਾਮਾਂ ਪੜ੍ਹ ਕੇ ਨਾ ਸਿੰਘਾਂ ਦੇ ਹੱਥਾਂ 'ਚੋਂ ਸ਼ਸਤਰ ਥੱਲੇ ਗਿਰਵਾ ਦਿੰਦੇ ਸਨ। ਤੋ ਫਿਰ ਸਿੰਘਾਂ ਨੇ ਆ ਕੇ ਗੁਰੂ ਸਾਹਿਬ ਜੀ ਮਹਾਰਾਜ ਅੱਗੇ ਬੇਨਤੀ ਕਰੀ ਕਿ हे ਪਾਤਸ਼ਾਹ ਜੀ, ਜਿਹੜੇ ਤੁਰਕ ਨੇ ਨਾ ਕਾਲੇ ਇਲਮ ਦੇ ਨਾਲ ਸਾਡੇ ਹੱਥਾਂ 'ਚੋਂ ਹਥਿਆਰ ਗਿਰਵਾ ਲੈਂਦੇ ਨੇ, ਸੋ ਅਸੀਂ ਕੀ ਕਰੀਏ, ਕਿਹੜਾ ਇਲਮ ਕਰੀਏ ਵੀ ਜਿਹੜੇ ਇਹਨਾਂ ਦੇ ਇਲਮ ਨੂੰ ਕੱਟ ਸਕੇ। सो फिर महाराज ने यह छंद उच्चारण करया गोबिंदे मुकुंदे वाला। सो साध संगत जिहड़ा दा ज़्यादा अभ्यास करदा है ना, ਉਹਨੂੰ काला इलम नहीं कदे भी छू सकता, जिन्ना मर्जी कोई जोर ला लवे, किड्डा मर्जी कोई तांत्रिक होवे, ਇਹ ਉਹ काला इलम इनू छू नहीं सकता साध संगत जी जिहड़ा दा जाप करदा है। सो दूसरा ਇਹਦਾ जाप करन दे नाल जे किसी दा मन नहीं टिकदा, मन बड़ा भजदा है इधर उधर, तो यदा जाप करन दे नाल साध संगत जी मन बड़ा टका च आ जाता है, यदा अभ्यास करना चाहिए बड़ा। सो तीसरा साध संगत जी यदा यह है भी जी देवी सरस्वती है विद्या दी,
ਉਹ ਇਹ ਬਾਣੀ ਦੇ ਪਾਠ ਦੇ ਨਾਲ ਵਸ ਦੇ ਵਿੱਚ ਆ ਜਾਂਦੀ ਹੈ ਵੀ ਜਿਹੜਾ ਇਹ ਬਾਣੀ ਦਾ ਜਾਪ ਕਰਦਾ ਹੈ ਨਾ ਇਸ ਛੰਦ ਦਾ, ਸੋ ਸਾਧ ਸੰਗਤ ਜੀ ਉਹ ਬੜਾ ਵਿਦਵਾਨ ਬਣ ਜਾਂਦਾ ਹੈ। ਸੋ ਇਹ ਇਹਦੀਆਂ ਮਹਾਨਤਾਵਾਂ ਨੇ। ਸੋ ਬੜਾ ਹੀ ਪਾਵਰਫੁਲ ਛੰਦ ਹੈ ਸਾਧ ਸੰਗਤ ਜੀ ਇਹ ਜਾਪ ਸਾਹਿਬ ਦੀ ਛੰਦਾਂ ਦੇ ਵਿੱਚੋਂ। ਸੋ ਆਓ ਇਸ ਦੀ ਕਥਾ ਹੈ ਜੋ ਵਿਚਾਰਨੀ ਕਰੀਏ। ਚਾਚਰੀ ਛੰਦ। ਸੋ ਚਾਚਰੀ ਨਾਮ ਹੈ ਕਿਰਪਾਨ, ਚਾਚਰੀ ਨਾਮ ਹੈ ਤਲਵਾਰ। ਸੋ ਸਾਧ ਸੰਗਤ ਜੀ ਚਾਚਰੀ ਕਿਰਪਾਨ ਨਾਮ ਭਾਵ ਜਿਹੜੀ ਸਾਰਿਆਂ ਦੇ ਉੱਪਰ ਕਿਰਪਾ ਕਰਦੀ ਹੋਵੇ, ਕਿਰਪਾ ਕਰਨ ਵਾਲਾ ਹੋਵੇ। ਸੋ ਜੇ ਇਹਦੇ ਡੂੰਘਾਈ ਚਰਚ ਕਰੀਏ ਤਾਂ ਇਹਦਾ ਛੰਦ ਦਾ ਮਤਲਬ ਹੀ ਅਕਾਲ ਪੁਰਖ ਬਣ ਗਿਆ। ਸੋ ਸਾਰਿਆਂ ਦੇ ਉੱਪਰ ਕਿਰਪਾ ਕਰਨ ਵਾਲਾ ਜਿਹੜਾ ਅਕਾਲ ਪੁਰਖ ਹੈ ਚਾਚਰੀ, ਉਸ ਦੇ ਨਾਮ ਦਾ ਜੋ ਛੰਦ ਹੈ ਉਸ ਦੇ ਵਿੱਚ ਮੈਂ ਉਸ ਅਕਾਲ ਪੁਰਖ ਦੀ ਮਹਿਮਾ ਦਾ ਗਾਉਣ ਕਰਦਾ ਹਾਂ। ਤਵ ਪ੍ਰਸਾਦ। ਸੋ ਇਹ ਉਰੇ ਨਿਮਰਤਾ ਆ ਗਈ। ਸੋ ਨਿਮਰਤਾ ਦਾ ਗੁਣ ਹੈ ਵੀ ਹੇ ਅਕਾਲ ਪੁਰਖ ਜੀ, ਮਹਾਰਾਜ ਉਰੇ ਸਿੱਖ ਨੂੰ ਨਿਮਰਤਾ ਸਿਖਾ ਰਹੇ ਨੇ। ਬਈ ਜੇ ਸਿੱਖ ਨੇ ਕੋਈ ਵੀ ਕੰਮ ਕਰਨਾ ਉਹਦਾ ਸ਼੍ਰੇਅ ਅਕਾਲ ਪੁਰਖ ਨੂੰ ਦੇਣਾ ਹੈ। ਇਹ ਨਹੀਂ ਬਈ ਮੈਂ ਇਹ ਕੰਮ ਕਰਿਆ, ਮੈਂ ਇਹ ਕੰਮ ਕਰਿਆ। ਸੋ ਇਹ ਅਕਾਲ ਪੁਰਖ ਨੂੰ ਸਾਰੇ ਕੰਮ ਦਾ ਸਿਹਰਾ ਬੰਨ੍ਹ ਦੇਣਾ ਹੈ। ਸੋ ਬਈ ਮਹਾਰਾਜ ਕਹਿ ਰਹੇ ਹਨ ਬਈ ਮੈਂ ਜਿਹੜਾ ਛੰਦ ਹਾਂ ਇਹ ਅਕਾਲ ਪੁਰਖ ਜੀ ਆਪ ਜੀ ਦੀ ਕਿਰਪਾ ਦੇ ਸਦਕਾ ਹੀ ਲਿਖ ਰਿਹਾ ਹਾਂ। ਗੋਬਿੰਦੇ। ਸੋ ਗੂ ਨਾਮ ਹੈ ਜੋ ਗੂ ਨਾਮ ਕੱਲਾ ਉਹ ਧਰਤੀ ਦਾ ਹੈ, ਬਿੰਦ ਨਾਮ ਰਕਤ ਬਿੰਦ ਦਾ ਹੈ। ਸੋ ਜਿਵੇਂ ਸਾਧ ਸੰਗਤ ਜੀ ਮਾਤਾ ਅਤੇ ਪਿਤਾ ਦੇ ਸੰਯੋਗ ਦੇ ਨਾਲ ਇੱਕ ਸੰਤਾਨ ਪੈਦਾ ਹੁੰਦੀ ਹੈ, ਪਿਤਾ ਦਾ ਰਕਤ। ਸੋ ਪਿਤਾ ਦਾ ਜਿਵੇਂ ਸਾਧ ਸੰਗਤ ਜੀ ਰਕਤ ਬਿੰਦ ਹੋ ਗਿਆ ਅਤੇ ਮਾਤਾ ਦਾ ਸਾਧ ਸੰਗਤ ਜੀ ਚਮੜਾ ਹੋ ਗਿਆ। ਸੋ ਮਾਤਾ ਦੇ ਚਮੜੇ ਦੇ ਨਾਲ ਅਤੇ ਪਿਤਾ ਜੀ ਦੇ ਰਕਤ ਬਿੰਦੀ ਦੇ ਨਾਲ ਸੋ ਜਿਵੇਂ ਬੱਚਾ ਪੈਦਾ ਹੁੰਦਾ ਹੈ ਉਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਅਕਾਲ ਪੁਰਖ ਦੀ ਰਕਤ ਬਿੰਦ ਤੋਂ ਬੱਚਾ ਪੈਦਾ ਹੋਇਆ ਹੈ। ਸੋ ਅਕਾਲ ਪੁਰਖ ਦੀ ਰਕਤ ਬਿੰਦ ਤੋਂ ਸਾਰੀ ਧਰਤੀ ਦਾ ਸਿਰਜਣ ਹੋਇਆ, ਤਾਂ ਕਰਕੇ ਉਹ ਗੋਬਿੰਦ ਹੈ। ਸਾਰੀ ਧਰਤੀ ਉਸੇ ਤੋਂ ਪੈਦਾ ਹੋਈ ਹੈ। ਗੋਬਿੰਦੇ। ਸੋ ਇਹਦਾ ਅਰਥ ਹੈ ਗੂ ਨਾਮ ਧਰਤੀ ਦਾ, ਬਿੰਦ ਨਾਮ ਸੈਂਟਰ ਪੁਆਇੰਟ ਦਾ ਵੀ ਸਾਰੀ ਧਰਤੀ ਦਾ ਮੱਧ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਮੁਕੰਦੇ। ਸੋ ਮੁਕੰਦ ਮੁਕਤੀ ਦਾ ਦਾਤਾ ਹੈ ਉਹ ਅਕਾਲ ਪੁਰਖ ਵਾਹਿਗੁਰੂ। ਉਦਾਰੇ। ਸੋ ਉਦਾਰ ਦਿਲ ਦਾ ਹੈ, ਬੜਾ ਜ਼ਿਆਦਾ ਬੜਾ ਦਇਆਵਾਨ ਹੈ। ਸੋ ਜਿਵੇਂ ਸਾਧ ਸੰਗਤ ਜੀ ਜੇ ਕਿਸੇ ਭਿਖਾਰੀ ਨੂੰ 10 ਰੁਪਏ ਵੀ ਦੇਣੇ ਪੈ ਜਾਣ ਨਾ, ਸਾਧ ਸੰਗਤ 10 ਵਾਰ ਸੋਚਦਾ, ਮਨ 'ਚ ਸ਼ੰਕਾ ਕਰਦਾ ਬਈ ਇਹ ਭਿਖਾਰੀ ਵੀ ਤਾਂ ਨੌਜਵਾਨ ਤੁਰਿਆ ਫਿਰਦਾ ਆਪ ਕੰਮ ਕਰ ਲਵੇ। ਸੋ ਐਸੇ ਆਪਣੇ ਮਨ 'ਚ ਸ਼ੰਕਾ ਆ ਜਾਂਦੀ ਹੈ। ਆਪਾਂ ਉਦਾਰ ਦਿਲ ਦੇ ਨਹੀਂ ਆ, ਜਾਂ ਜਿੰਨਾ ਮਰਜ਼ੀ ਸਮਝੀ ਜਾਈਏ ਮਨ ਦੇ ਵਿੱਚ ਆਪਾਂ ਦਾਨ ਦੇਣ ਲੱਗੇ 20 ਵਾਰ ਸੋਚਦੇ ਹਾਂ, ਪਰ ਅਕਾਲ ਪੁਰਖ ਵਾਹਿਗੁਰੂ ਇੰਨਾ ਉਦਾਰ ਹੈ, ਬਿਨਾਂ ਸੋਚੇ ਸਮਝੀ ਦਾਨ ਦੇ ਦਿੰਦਾ ਹੈ, ਜਾਂ ਦੰਦਾਂ ਦਾ ਛੱਪੜ ਫਾੜ ਕੇ ਦੇ ਦਿੰਦਾ। ਐਸਾ ਦਇਆਵਾਨ ਹੈ, ਉਦਾਰ ਦਿਲ ਦਾ ਹੈ। ਅਪਾਰੇ। ਸੋ ਪਾਇਤ ਨਾ ਪਾਰ ਪਾਰਾਵਾਰ ਹੂੰ ਕੋ ਪਾਰਾਵਾਰ। ਸੋ ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਆਪਾਂ ਇਹ ਨਹੀਂ ਕਹਿ ਸਕਦੇ ਬਈ ਇਹ ਅਕਾਲ ਪੁਰਖ ਦਾ ਉੱਤਰ ਹੈ, ਇਹ ਅਕਾਲ ਪੁਰਖ ਦਾ ਦੱਖਣ ਹੈ, ਇਹ ਅਕਾਲ ਪੁਰਖ ਦਾ ਸਿਰ ਹੈ, ਇਹ ਅਕਾਲ ਪੁਰਖ ਦੇ ਪੈਰ ਨੇ। ਸੋ ਐਵੇਂ ਸਾਧ ਸੰਗਤ ਜੀ ਉਹਦਾ ਕੋਈ ਪਾਰ ਨਹੀਂ ਪਾ ਸਕਦਾ। ਹਰੀਅੰ। ਸੋ ਸਾਰਿਆਂ ਨੂੰ ਹਰਾ ਭਰਿਆ ਕਰਨ ਵਾਲਾ ਹੈ ਉਹ ਅਕਾਲ ਪੁਰਖ ਵਾਹਿਗੁਰੂ। ਹਰਿਆ ਭਰਿਆ ਸਾਧ ਸੰਗਤ ਜੀ ਜੇ ਕੋਈ ਚੀਜ਼ ਹਰੀ ਭਰੀ ਹੋਵੇ ਸਮਝ ਲਓ ਜੀਵਤ ਹੈ ਉਹ। ਸੋ ਸਾਰਿਆਂ ਨੂੰ ਜੀਵਿਤ ਕਰਨ ਵਾਲਾ, ਸਾਰਿਆਂ ਦੇ ਵਿੱਚ ਜੀਵਨ ਪਾਉਣ ਵਾਲਾ ਹੈ। ਸੋ ਹਰੀਅੰ ਕਹਿ। ਸੋ ਐਸਾ ਬੇਅੰਤ ਹੈ ਉਹ ਵਾਹਿਗੁਰੂ। ਕਰੀਅੰ। ਸੋ ਸਭ ਦੇ ਕਾਰਜ ਜੋ ਕਰਨ ਵਾਲਾ ਕਰੀਅੰ ਹੈ, ਕਰੀਮ ਹੈ, ਸਭ ਦੇ ਕਾਰਜ ਕਰਨ ਵਾਲਾ ਆਪ ਹੀ ਹੈ। ਸੋ ਜੀਵਾਂ ਦੇ ਵਿੱਚ ਜੀਵ ਬਣ ਕੇ ਕਾਰਜ ਆਪ ਹੀ ਕਰਦਾ ਹੈ। ਸੋ ਜਿਵੇਂ ਕੋਈ ਡਰਾਈਵਰ ਗੱਡੀ ਚਲਾ ਰਿਹਾ ਹੋਵੇ, ਇਹ ਨਾ ਸੋਚੇ ਵੀ ਮੈਂ ਚਲਾ ਰਿਹਾ, ਉਹ ਅਕਾਲ ਪੁਰਖ ਦੀ ਜੋਤ ਹੈ ਵਿੱਚ, ਉਹ ਗੱਡੀ ਚਲਵਾ ਰਹੀ ਹੈ। ਉਸ ਤੋਂ ਜਿੱਦਣ ਜੋਤ ਨਿਕਲ ਗਈ ਸਾਧ ਸੰਗਤ ਜੀ, ਸਰੀਰ 'ਚੋਂ ਆਤਮਾ ਨਿਕਲ ਗਈ, ਉਸ ਦਿਨ ਮਾਸ ਤੋਂ ਆਪਾਂ ਮੁਰਦੇ ਨੂੰ ਕਹਿ ਕੇ ਦੇਖੀਏ ਵੀ ਤੂੰ ਗੱਡੀ ਚਲਾ ਉੱਠ ਕੇ, ਕੀ ਚਲਾ ਲਵੇਗਾ?
ਸੋ ਜਦ ਤੱਕ ਅਕਾਲ ਪੁਰਖ ਦੀ ਵਿੱਚ ਜੋਤ ਹੈ ਉਸ ਸਮੇਂ ਤੱਕ ਹੀ ਉਹ ਕੋਈ ਵੀ ਕਾਰਜ ਕਰ ਸਕਦਾ ਹੈ। ਸੋ ਸਾਰੇ ਕੰਮ ਕਰਨ ਵਾਲਾ ਵੀ ਆਪ ਹੀ ਹੈ ਤੇ ਸਾਰਿਆਂ ਤੋਂ ਕਰਾਉਣ ਵਾਲਾ ਵੀ ਆਪ ਹੀ ਹੈ। ਨਿਰਨਾਮੇ ਸੋ ਉਹਦਾ ਕੋਈ ਨਾਮ ਨਹੀਂ ਹੈ। ਸੋ ਜਿੰਨੇ ਵੀ ਨਾਮ ਰੱਖੇ ਨੇ ਅਲੱਗ-ਅਲੱਗ ਮਤਾਵਾਂ ਦੇ ਅਨੁਸਾਰ ਅਲੱਗ-ਅਲੱਗ ਭਾਸ਼ਾਵਾਂ ਦੇ ਨਾਲ ਵਿਆਕਰਨਾਂ ਨੂੰ ਮਿਲਾ ਕੇ ਅਰਥਾਂ ਨੂੰ ਜੋੜ ਕੇ ਬੜੇ ਡੂੰਘਾਈ ਦੇ ਵਿੱਚ ਕੋਈ ਨਾਮ ਰੱਖਦੇ ਆਪਣੀ ਆਪਣੀ ਮਤ ਦੇ ਅਨੁਸਾਰ, ਪਰ ਉਹਦਾ ਕੋਈ ਨਾਮ ਨਹੀਂ ਹੈ। ਸੋ ਨਿਰਨਾਮੇ ਨਾ ਕਿਸੇ ਨਾਮ ਦੇ ਉਹ ਅਧੀਨ ਹੈ। ਅਕਾਮੇ ਸੋ ਉਹਨੂੰ ਕੋਈ ਕਾਮਨਾ ਨਹੀਂ ਹੈ। ਨਾ ਸਾਧ ਸੰਗਤ ਜੀ ਉਹਨੂੰ ਕੋਈ ਕਾਮ ਦਾ ਵੇਗ ਹੈ ਬਈ ਮੈਂ ਕਾਮ ਦੀ ਭੋਗਾਂ। ਅਕਾਮੇ ਕੋਈ ਕਾਮਨਾ ਵੀ ਨਹੀਂ ਹੈ, ਕੋਈ ਇੱਛਾ ਵੀ ਨਹੀਂ ਹੈ ਮਨ 'ਚ, ਨਾ ਕਾਰ ਦੀ, ਨਾ ਘਰ ਦੀ, ਨਾ ਕੋਠੀ ਦੀ, ਮਕਾਨ ਦੀ, ਕਿਸੇ ਪ੍ਰਕਾਰ ਦੀ ਕੋਈ ਟੈਨਸ਼ਨ ਨਹੀਂ, ਕੋਈ ਇੱਛਾ ਨਹੀਂ ਮਨ 'ਚ। ਅਕਾਮੇ ਕੋਈ ਉਹਦਾ ਕੋਈ ਕੰਮ ਵੀ ਨਹੀਂ ਹੈ, ਨਾ ਉਹ ਕੋਈ ਸੁਨਿਆਰ ਹੈ, ਨਾ ਤਰਖਾਣ ਹੈ, ਨਾ ਉਹ ਜੱਟ ਹੈ। ਸੋ ਐਸਾ ਕੁਝ ਵੀ ਨਹੀਂ ਹੈ ਉਹ ਵਾਹਿਗੁਰੂ। ਭੁਜੰਗ ਪਰਿਆਤ ਛੰਦ ਸੋ ਭੁਜੰਗ ਨਾਮ ਸੱਪ ਦਾ ਹੈ। ਸੋ ਸੱਪ ਦਾ ਨਾਮ ਭੁਜੰਗ ਹੈ ਤੇ ਪਰਿਆਤ ਨਾਮ ਤੋਰ ਦਾ ਹੈ। ਸੋ ਜਿਵੇਂ ਸਾਧ ਸੰਗਤ ਜੀ ਸੱਪ ਹੈ, ਜੇ ਆਪਾਂ ਸੱਪ ਨੂੰ ਦੇਖੀਏ ਨਾ ਤੁਰਦੇ ਨੂੰ, ਚੱਲਦੇ ਨੂੰ, ਰੇਂਗਦੇ ਨੂੰ, ਉਹਦੇ ਸਰੀਰ 'ਚ 4 ਵੱਟ ਪੈਂਦੇ ਨੇ ਇੱਕ ਚਾਲ ਪੂਰੀ ਕਰਨ ਵਾਸਤੇ। ਸੋ ਚੌਮੁਖੀ ਤੌਰ ਤੁਰਦਾ ਜਿਹੜਾ ਸੱਪ ਹੈ। ਉਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਛੰਦ ਦੇ ਵਿੱਚ ਵੀ ਚਾਹੇ ਗਿਣ ਲਿਓ ਇੱਕ ਪੌੜੀ ਦੇ ਵਿੱਚ 4 ਹੀ ਪੰਕਤੀਆਂ ਨੇ। ਸੋ ਇਸ ਤਰ੍ਹਾਂ ਦੇ ਨਾਲ ਜਿਵੇਂ ਸੱਪ 4 ਮੁਖੀ ਚਾਲ ਚੱਲਦਾ ਉਵੇਂ ਸੰਦ ਵੀ ਇਹ 4 ਮੁਖੀ ਚਾਲ ਚੱਲ ਰਿਹਾ ਹੈ। ਚਤਰ ਚੱਕਰ ਕਰਤਾ ਸੋ ਚਤਰ ਨਾਮ 4 ਦਾ ਹੈ। ਸੋ ਚੱਕਰ ਨਾਮ ਦਿਸ਼ਾ ਦਾ ਹੈ। ਸੋ ਚਾਰੇ ਚੱਕਾਂ ਦੇ ਵਿੱਚ ਉਹ ਚਾਰੇ ਚੱਕਾਂ ਨੂੰ ਚਾਰੇ ਦਿਸ਼ਾਵਾਂ ਨੂੰ ਕਰਨ ਵਾਲਾ ਹੈ। ਚਤਰ ਚੱਕਰ ਹਰਤਾ ਸੋ ਚਾਰੇ ਦਿਸ਼ਾਵਾਂ ਨੂੰ ਕਰਦਾ ਵੀ ਆਪ ਹੀ ਹੈ, ਬਣਾਉਂਦਾ ਵੀ ਆਪ ਹੀ ਹੈ ਅਤੇ ਹਰ ਭਾਵ ਖਤਮ ਵੀ ਆਪ ਹੀ ਕਰਦਾ ਹੈ। ਚਤਰ ਚੱਕਰ ਦਾਨੇ ਸੋ ਚਾਰੇ ਦਿਸ਼ਾਵਾਂ ਦੇ ਵਿੱਚ ਜਿੰਨੇ ਵੀ ਲੋਕ ਰਹਿੰਦੇ ਨੇ ਸਾਰਿਆਂ ਨੂੰ ਦਾਨ ਕਰਨ ਵਾਲਾ ਵੀ ਆਪ ਹੀ ਹੈ। ਚਤਰ ਚੱਕਰ ਦਾਨੇ ਸੋ ਚਤਰ ਚੱਕਰ ਦਾਨੇ ਜਿੰਨੇ ਵੀ ਦਾਨਾ ਨਾਮ ਸਿਆਣੇ ਦਾ ਹੈ। ਸੋ ਜਿੰਨੇ ਵੀ ਚਾਰੇ ਚੱਕਾਂ 'ਚ ਸਿਆਣੇ ਲੋਕ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਚਤਰ ਚੱਕਰ ਜਾਨੇ ਸੋ ਅਕਾਲ ਪੁਰਖ ਵਾਹਿਗੁਰੂ ਚਾਰੇ ਚੱਕਾਵਾਂ ਦੇ ਲੋਕਾਂ ਦੀਆਂ ਮਨ ਦੀਆਂ ਮੁਰਾਦਾਂ ਜਾਣਦਾ ਹੈ। ਸੋ ਮਨ ਦੀਆਂ ਮੁਰਾਦਾਂ ਜਾਣ ਕੇ ਉਸ ਅਨੁਸਾਰ ਉਹਨਾਂ ਨੂੰ ਦਾਨ ਕਰਦਾ ਹੈ। ਸੋ ਚਤਰ ਚੱਕਰ ਜਾਨੇ ਜਿੰਨੇ ਵੀ ਚਾਰੇ ਚੱਕਾਂ ਦੇ ਵਿੱਚ ਦਾਨੇ ਭਾਵ ਸਿਆਣੇ ਕਹਾਉਣ ਵਾਲੇ ਲੋਕ ਨੇ ਉਹਨਾਂ ਦਾ ਗਿਆਨ ਵੀ ਜਾਣਨ ਵਾਲਾ ਗਿਆਨ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਚਤਰ ਚੱਕਰਵਰਤੀ ਸੋ ਅਕਾਲ ਪੁਰਖ ਵਾਹਿਗੁਰੂ ਚਾਰੇ ਚੱਕਾਂ ਦੇ ਵਿੱਚ ਵਰਤਿਆ ਹੋਇਆ ਹੈ, ਫੈਲਿਆ ਹੋਇਆ ਹੈ। ਚਤਰ ਚੱਕਰ ਭਰਤੀ ਸੋ ਸਾਧ ਸੰਗਤ ਜੀ ਚਾਰੇ ਚੱਕਾਂ ਦੇ ਵਿੱਚ ਭਰਤੀ ਸੋ ਸਾਧ ਸੰਗਤ ਜੀ ਚਾਰੇ ਚੱਕਾਂ 'ਚ ਭਰਿਆ ਹੋਇਆ ਹੈ। ਸਾਧ ਸੰਗਤ ਜੀ ਭਾਵ ਫੈਲਿਆ ਹੋਇਆ ਹੈ। ਚਤਰ ਚੱਕਰ ਪਾਲੇ ਸੋ ਸਾਰੀ ਸ੍ਰਿਸ਼ਟੀ ਨੂੰ ਪਾਲਦਾ ਵੀ ਆਪ ਹੀ ਹੈ। ਚਤਰ ਚੱਕਰ ਕਾਲੇ ਸੋ ਕਾਲ ਸਰੂਪ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਚਤਰ ਚੱਕਰ ਭਰਤੀ ਸੋ ਸਾਧ ਸੰਗਤ ਜੀ ਭਰਤੀ ਨਾਮ ਇੱਕ ਹੋਰ ਵੀ ਅਰਥ ਬਣ ਗਿਆ ਭਰਤੀ ਦਾ ਵੀ ਸਾਰਿਆਂ ਦੇ ਭੰਡਾਰ ਭਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਚਤਰ ਚੱਕਰ ਪਾਲੇ ਪਾਲਦਾ ਵੀ ਆਪ ਹੀ ਹੈ। ਚਤਰ ਚੱਕਰ ਕਾਲੇ ਕਾਲ ਵੀ ਆਪ ਹੀ ਦਿੰਦਾ ਹੈ। ਚਤਰ ਚੱਕਰ ਪਾਸੇ ਸੋ ਸਾਰੇ ਪਾਸਿਆਂ ਦੇ ਵਿੱਚ ਸਰੀਰ ਦੇ ਖੱਬੇ ਪਾਸੇ ਸੱਜੇ ਪਾਸੇ ਵੀ ਵਿਆਪਕ ਹੈ। ਸੋ ਧਰਤੀ ਦੇ ਚਾਰੇ ਦਿਸ਼ਾਵਾਂ ਦੇ ਪਾਸਿਆਂ ਵਿੱਚ ਵੀ ਵਿਆਪਕ ਹੈ। ਸੋ ਸਾਰੇ ਪਾਸੇ ਆਪ ਹੀ ਹੈ ਉਹ ਵਾਹਿਗੁਰੂ। ਚਤਰ ਚੱਕਰ ਵਾਸੇ ਚਾਰੇ ਪਾਸਿਆਂ ਦੇ ਵਿੱਚ ਉਹਦਾ ਵਾਸਾ ਹੈ। ਚਤਰ ਚੱਕਰ ਮਾਨੀ ਹੈ ਸੋ ਚਾਰੇ ਲੋਕਾਂ ਦੇ ਜਿਹੜੇ ਲੋਕ ਨੇ ਚਾਰੇ ਚੱਕਾਂ ਦੇ ਲੋਕ ਉਸ ਨੂੰ ਮੰਨਦੇ ਹਨ। ਚਤਰ ਚੱਕਰ ਦਾਨੀ ਹੈ ਸੋ ਸਾਰਿਆਂ ਨੂੰ ਦਾਨ ਕਰਦਾ ਹੈ ਉਹ ਵਾਹਿਗੁਰੂ। ਚਾਚਰੀ ਛੰਦ ਸੋ ਚਾਚਰੀ ਕਿਰਪਾਨ ਵਰਗਾ ਤਿੱਖਾ ਛੰਦ ਹੈ ਜੋ ਜਿਵੇਂ ਸਾਧ ਸੰਗਤ ਜੀ ਕਿਰਪਾਨ ਤਿੱਖੀ ਕਿਰਪਾਨ ਦਰਖਤਾਂ ਨੂੰ ਵੱਢਦੀ ਜਾਂਦੀ ਹੁੰਦੀ ਹੈ, ਗਾਜਰ ਮੂਲੀਆਂ ਕੱਟਦੀ ਹੈ, ਉਸੇ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਤੇਜ਼ ਚੱਲਦੀ ਹੈ। ਉਸ ਤਰ੍ਹਾਂ ਦੇ ਨਾਲ ਇਹ ਛੰਦ ਵੀ ਬੜਾ ਤੇਜ਼ ਚੱਲੇਗਾ। ਨਾ ਸਤਰ ਹੈ ਉਹਦਾ ਕੋਈ ਸ਼ਤਰੂ ਨਹੀਂ ਹੈ, ਉਹਦਾ ਕੋਈ ਦੁਸ਼ਮਣ ਨਹੀਂ, ਕਿਸੇ ਨਾਲ ਵੱਟ ਦਾ ਰੌਲਾ ਨਹੀਂ ਅਕਾਲ ਪੁਰਖ ਦਾ। ਨਾ ਮਿੱਤਰ ਹੈ, ਨਾ ਉਹਦਾ ਕੋਈ ਦੋਸਤ ਹੈ, ਨਾ ਉਹਦਾ ਕੋਈ ਯਾਰ ਹੈ, ਨਾ ਭਰਮੰ ਨਾ ਉਹਨੂੰ ਕੋਈ ਕਿਸੇ ਪ੍ਰਕਾਰ ਦਾ ਭਰਮ ਹੈ। ਸੋ ਉਹਨੂੰ ਇਹ ਭਰਮ ਨਹੀਂ ਬਈ ਭਵਿੱਖ ਦੇ ਵਿੱਚ ਕੀ ਹੋਵੇਗਾ। ਸੋ ਇਹਨੂੰ ਇਹ ਭਰਮ ਨਹੀਂ ਕਿ
ਮੇਰੇ ਬੱਚਿਆਂ ਦਾ ਕੀ ਹੋਵੇਗਾ। ਉਹਨੂੰ ਇਹ ਪ੍ਰਕਾਰ ਦਾ ਭਰਮ ਨਹੀਂ, ਸੋ ਭਰਮ ਤੋਂ ਰਹਿਤ ਹੈ। ਸੋ ਨਾ ਭਰਮ, ਨਾ ਜੇ ਮਨ 'ਚ ਭਰਮ ਹੋਵੇ ਨਾ ਸਾਧ ਸੰਗਤ ਜੀ, ਜੇ ਕਿਸੇ ਦੇ ਮਨ ਵਿੱਚ ਭਰਮ ਹੋਵੇ ਬਈ ਹਾਏ ਮੇਰਾ ਕੀ ਬਣੂਗਾ, ਸੋ ਐਸੇ ਜਿਨ੍ਹਾਂ ਦੇ ਮਨ 'ਚ ਭਰਮ ਨੇ ਨਾ ਸਾਧ ਸੰਗਤ, ਉਹਨਾਂ ਨੂੰ ਉਹ ਪ੍ਰਾਪਤ ਨਹੀਂ ਹੁੰਦਾ। ਸੋ ਦਸਮ ਗ੍ਰੰਥ ਸਾਹਿਬ ਦੇ ਵਿੱਚ ਹੋਰ ਸਰੂਪਾਂ ਦੇ ਵਿੱਚ ਵੀ ਲਿਖਿਆ ਹੋਇਆ ਹੈ, ਭਰਮ ਭੇਖ ਤੇ ਰਹਿ ਨਿਆਰਾ ਸੋ ਖਾਲ ਸਤਿਗੁਰੂ ਹਮਾਰਾ। ਸੋ ਜਿਹੜਾ ਭਰਮ ਭੇਖ ਤੋਂ ਰਹਿਤ ਹੈ ਨਾ, ਜਿਹੜਾ ਐਸਾ ਪਿਓਰ ਹੈ, ਉਹੀ ਮੇਰਾ ਗੁਰੂ ਹੈ। ਮਹਾਰਾਜ ਕਹਿੰਦੇ ਉਹੀ ਖਾਲਸਾ ਹੈ ਸੱਚਾ। ਸੋ ਭਰਮਾਂ ਤੋਂ ਰਹਿਤ ਹੈ, ਨਾ ਉਹ ਕਿਸੇ ਪ੍ਰਕਾਰ ਦੇ ਭਰਮ ਦੇ ਵਸ ਦੇ ਵਿੱਚ ਹੈ, ਨਾ ਪਿੱਤਰ ਹੈ, ਸੋ ਨਾ ਕੋਈ ਉਹਦਾ ਪਿੱਤਰ ਹੈ, ਸੋ ਨਾ ਉਹਦਾ ਕੋਈ ਦਾਦਾ ਪੜਦਾਦਾ ਪੂਰਵਜ ਕੋਈ ਨਹੀਂ ਹੈ, ਨਾ ਉਹਨੂੰ ਕਿਸੇ ਪ੍ਰਕਾਰ ਦਾ ਪਿੱਤਰ ਹੈ, ਨਾ ਭੈ ਨਾ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਭੈ ਡਰ ਤੋਂ ਰਹਿਤ ਹੈ ਉਹ ਵਾਹਿਗੁਰੂ। ਨਾ ਕਰਮੰ, ਨਾ ਉਹਦਾ ਕੋਈ ਕਰਮ ਹੈ, ਭਾਵ ਸਾਧ ਸੰਗਤ ਜੀ ਨਾ ਉਹਦਾ ਖੱਤਰੀ ਹੈ, ਨਾ ਉਹ ਸ਼ੂਦਰ ਹੈ, ਨਾ ਵੈਸ਼ ਹੈ, ਕਰਮਾਂ ਤੋਂ ਰਹਿਤ ਹੈ। ਨਾ ਕਾਏ, ਸੋ ਉਹਦਾ ਕੋਈ ਸਰੀਰ ਵੀ ਨਹੀਂ ਹੈ। ਆਪਾਂ ਨਹੀਂ ਕਹਿ ਸਕਦੇ ਵੀ ਉਹ ਮਨੁੱਖ ਦੇ ਸਰੀਰ 'ਚ ਹੈ, ਆਪਾਂ ਨਹੀਂ ਕਹਿ ਸਕਦੇ ਉਹ ਦਰਖਤਾਂ ਦੇ ਵਿੱਚ ਦਰਖਤਾਂ ਦਾ ਸਰੀਰ ਹੈ ਉਸਦਾ। ਸੋ ਐਸਾ ਨਾ ਕੋਈ ਸਰੀਰ ਨਹੀਂ ਹੈ। ਨਾ ਅਜਨਮੰ, ਸੋ ਜਨਮਾਂ ਤੋਂ ਰਹਿਤ ਹੈ, ਸੋ ਜਨਮ ਨਹੀਂ ਹੈ ਉਸਦਾ ਕੋਈ ਵੀ, ਸੋ ਸਾਰੇ ਪ੍ਰਕਾਰ ਦੇ ਜਨਮਾਂ ਤੋਂ ਰਹਿਤ ਹੈ ਉਹ ਵਾਹਿਗੁਰੂ। ਅਜਾਏ, ਸੋ ਨਾ ਕੋਈ ਮਾਤਾ ਤੱਕ ਪੈਦਾ ਹੋਈ ਹੈ ਬਈ ਉਹ ਅਕਾਲ ਪੁਰਖ ਨੂੰ ਪੈਦਾ ਕਰ ਸਕੇ, ਜਾ ਸਕੇ ਆਪਣੇ ਪੇਟ ਦੇ ਵਿੱਚੋਂ। ਨਾ ਚਰਿੱਤਰ ਹੈ, ਸੋ ਨਾ ਕੋਈ ਕਰੈਕਟਰ ਵੀ ਨਹੀਂ ਹੈ, ਨਾ ਆਪਾਂ ਕਹਿ ਸਕਦੇ ਬੜਾ ਉੱਚੇ ਕਰੈਕਟਰ ਵਾਲਾ ਹੈ, ਨਾ ਆਪਾਂ ਕਹਿ ਸਕਦੇ ਬੜਾ ਨੀਵੇਂ ਕਰੈਕਟਰ ਵਾਲਾ ਹੈ। ਨਾ ਚਿੱਤਰ ਹੈ, ਨਾ ਉਹਦਾ ਕੋਈ ਰੂਪ ਰੰਗ ਹੈ, ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹਦਾ ਮੂੰਹ ਕਾਲਾ ਹੈ ਜਾਂ ਬੜਾ ਗੋਰਾ ਹੈ। ਸੋ ਐਸਾ ਨਹੀਂ ਹੈ ਉਹ ਅਕਾਲ ਪੁਰਖ ਵਾਹਿਗੁਰੂ। ਨਾ ਮਿੱਤਰ ਹੈ, ਨਾ ਉਹਦਾ ਕੋਈ ਦੋਸਤ ਹੈ, ਪਰੇ ਹੈ, ਸੋ ਸਾਰੀ ਚੀਜ਼ਾਂ 'ਚੋਂ ਅਲੱਗ ਹੈ, ਉਹ ਉੱਪਰ ਉੱਠਿਆ ਹੋਇਆ ਹੈ ਚੀਜ਼ਾਂ 'ਚੋਂ। ਪਵਿੱਤਰ ਹੈ, ਸੋ ਬੜਾ ਹੀ ਪਵਿੱਤਰ ਸਰੂਪ ਹੈ ਉਸਦਾ। ਪ੍ਰਥੀਸ ਹੈ, ਪਰ ਫਿਰ ਨਾਮ ਸਾਧ ਸੰਗਤ ਜੀ ਉੱਪਰ ਸਰਵ ਸ੍ਰੇਸ਼ਟ ਦਾ ਹੈ, ਸੋ ਸਾਰੇ ਸ੍ਰੇਸ਼ਟ ਪੁਰਖਾਂ ਤੋਂ ਵੀ ਉੱਪਰ ਹੈ ਉਹ। ਅਦੀਸ ਹੈ, ਸੋ ਸਾਧ ਸੰਗਤ ਜੀ ਦ੍ਰਿਸ਼ਟੀਮਾਨ ਨਹੀਂ ਹੈ ਉਹ। ਅਦ੍ਰਿਸ਼ ਹੈ, ਸੋ ਦ੍ਰਿਸ਼ਟੀ ਤੋਂ ਵੀ ਰਹਿਤ ਹੈ, ਭਾਵ ਦ੍ਰਿਸ਼ਟੀ ਦੇ ਆਪਣੀ ਦ੍ਰਿਸ਼ਟੀ ਤੋਂ ਰਹਿਤ ਹੈ। ਆਪਾਂ ਉਹਨੂੰ ਅੱਖਾਂ ਬੰਦ ਕਰਕੇ ਨਹੀਂ ਦੇਖ ਸਕਦੇ, ਨਾ ਅੱਖਾਂ ਖੋਲ੍ਹ ਕੇ ਦੇਖ ਸਕਦੇ ਹਾਂ। ਅਕ੍ਰਿਸ਼ ਹੈ, ਸੋ ਉਹ ਕ੍ਰਿਸ਼ ਨਾਮ ਸਾਧ ਸੰਗਤ ਜੀ ਕ੍ਰਿਸ਼ੀ ਦਾ ਵੀ ਹੈ, ਭਾਵ ਖੇਤੀ ਦਾ ਵੀ ਹੈ, ਉਹ ਕਿਸਾਨ ਨਹੀਂ ਹੈ। ਅਕ੍ਰਿਸ਼ ਨਾਮ ਕ੍ਰਿਸ਼ਨ ਦਾ ਵੀ ਹੈ, ਕਸ਼ਿਸ਼ ਦਾ ਵੀ ਹੈ, ਉਹਨੂੰ ਕਿਸੇ ਦੀ ਕਸ਼ਿਸ਼ ਨਹੀਂ ਹੈ। ਤਵ ਪ੍ਰਸਾਦ ਕਥਤੀ ਭਗਵਤੀ ਛੰਦ। ਸੋ ਭਗਵਤੀ ਭਾਵ ਉਸ ਅਕਾਲ ਪੁਰਖ ਦਾ ਭਗਤ ਦਾ ਨਾਮ ਹੈ ਭਗਵ। ਸੋ ਭਗ ਦਾ ਨਾਮ ਹੈ ਉਹ ਅਕਾਲ ਪੁਰਖ ਵਾਹਿਗੁਰੂ, ਵਤੀ ਨਾਮ ਹੈਗੀ ਵਾਰਤਾ। ਸੋ ਉਸ ਅਕਾਲ ਪੁਰਖ ਵਾਹਿਗੁਰੂ ਦੀ ਵਾਰਤਾ ਕਰਦੇ ਹਾਂ ਛੰਦ ਦੇ ਵਿੱਚ। ਸੋ ਐਸਾ ਜਿਹੜਾ ਛੰਦ ਹੈ, ਸੋ ਇਹ ਭਗਵਤੀ ਦਾ ਨਾਮ ਕਦੇ ਵੀ ਦੁਰਗਾ ਦੇ ਨਾਲ ਜੋੜ ਕੇ ਨਹੀਂ ਦੇਖਣਾ, ਦੁਰਗਾ ਦੇਵੀ ਦੇ ਨਾਲ। ਉਰੇ ਭਗਵਤ ਦਾ ਨਾਮ ਹੋ ਗਿਆ ਭਗਵਾਨ, ਉਰੇ ਜਿਹੜਾ ਭਗ ਸ਼ਬਦ ਹੈ ਭਗਵਾਨ ਵਾਸਤੇ ਵਰਤਿਆ ਗਿਆ ਹੈ, ਵਤੀ ਸ਼ਬਦ ਵਾਰਤਾ ਵਾਸਤੇ ਵਰਤਿਆ ਗਿਆ ਹੈ। ਸੋ ਇਹ ਜੋ ਭਗਵਤੀ ਛੰਦ ਹੈ, ਭਗਵਾਨ ਦੀ ਸੰਦ ਦੇ ਵਿੱਚ ਵਾਰਤਾ ਹੋ ਰਹੀ ਹੈ। ਤਵ ਪ੍ਰਸਾਦ, ਸੋ ਆਪ ਜੀ ਦੀ ਕਿਰਪਾ ਰੂਪੀ ਪ੍ਰਸਾਦ ਦੇ ਨਾਲ ਇਸ ਛੰਦ ਦੀ ਜੋ ਅਸੀਂ ਲਿਖ ਰਹੇ ਹਾਂ, ਕਥਤੇ ਕਹਿ ਰਹੇ ਹਾਂ, ਆਪ ਜੀ ਦੀ ਕਥਾ ਕਰ ਰਹੇ ਹਾਂ ਇਸ ਛੰਦ ਦੇ ਅੰਦਰ। ਕਿਆ ਛਿਜ ਦੇਸੈ, ਸੋ ਕੀ ਹੈ ਭਾਈ ਇਹ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਛਿਜਣ ਤੋਂ ਰਹਿਤ ਹੋ, ਆਪ ਦੇ ਵਿੱਚ ਕੋਈ ਮੋਲਾ ਗਲੀ ਆਦਿਕ ਨਹੀਂ ਕਰ ਸਕਦਾ। ਸੋ ਜਿਵੇਂ ਛੇਦ ਨਹੀਂ ਕਰ ਸਕਦਾ ਆਪ ਜੀ ਦੇ ਅੰਦਰ, ਸੋ ਜਿਵੇਂ ਸਾਧ ਸੰਗਤ ਜੀ ਹਵਾ ਦੇ ਵਿੱਚ ਛੇਦ ਹੋ ਸਕਦਾ ਹੈ, ਸੋ ਕੰਧ ਦੇ ਵਿੱਚ ਬਰਮੇ ਨਾਲ ਛੇਦ ਹੋ ਸਕਦਾ ਹੈ, ਪਾਣੀ ਦੇ ਵਿੱਚ ਬਵੰਡਰ ਨਾਲ ਛੇਦ ਹੋ ਸਕਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਹਰ ਇੱਕ ਚੀਜ਼ ਦੇ ਵਿੱਚ ਛੇਦ ਹੋ ਸਕਦਾ ਹੈ, ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਸ ਦੇ ਵਿੱਚ ਛੇਦ ਨਹੀਂ ਹੋ ਸਕਦਾ। ਕਿਆ ਭਿਜ ਪੇਸੈ, ਸੋ ਆਪ ਜੀ ਕਿਸੇ ਤੋਂ ਭਿਜਦੇ ਨਹੀਂ ਹੋ, ਆਪ ਜੀ ਦਾ ਜਿਹੜਾ ਸਵਰੂਪ ਹੈ, ਭੇਸ ਹੈ, ਉਹ ਭਿੱਜਣ ਤੋਂ ਰਹਿਤ ਹੈ, ਆਪ ਜੀ ਕਿਸੇ ਤੋਂ ਭਿੱਜਦੇ ਨਹੀਂ ਹੋ ਆਪ। ਸੋ ਆਛਿਜ ਦੇਸ ਐਸਾ ਦੇਸ ਨਾਮ ਉਰੇ ਸਰੀਰ ਦੇ ਵਾਸਤੇ ਵਰਤਿਆ ਗਿਆ ਹੈ ਵੀ ਜਿਹੜਾ ਆਪ ਜੀ ਦਾ ਸਰੀਰ ਹੈ ਉਹ ਛਿੱਜਣ ਤੋਂ ਰਹਿਤ ਹੈ। ਸੋ ਭੇਸ ਨਾਮ ਵੀ ਸਰੀਰਕ ਭੇਖ ਦੇ ਉੱਪਰ ਹੀ ਹੈ ਵੀ ਆਪ ਜੀ ਦਾ ਜਿਹੜਾ ਭੇਸ ਹੈ
ਵੀ ਐਸਾ ਨਹੀਂ ਹੈ ਬਈ ਕੋਈ ਉਹ ਤੇ ਬਈ ਕਿਸੇ ਵੀ ਭੇਸ 'ਤੇ ਆਪ ਵੀ ਜੀ ਭੇਜ ਸਕਦੇ ਹੋ। ਸੋ ਆਪ ਜੀ ਨਾ ਬ੍ਰਾਹਮਣਾਂ ਦੇ ਭੇਸ 'ਤੇ ਭੇਜਦੇ ਹੋ, ਨਾ ਛਤਰੀਆਂ ਦੇ, ਨਾ ਸ਼ੂਦਰਾਂ ਦੇ, ਨਾ ਵੈਸ਼ਿਆਂ ਦੇ। ਸੋ ਆਪ ਜੀ ਨਾ ਈਸਾਈਆਂ ਦਾ ਭੇਸ ਪਾ ਜੇ ਕਿਸੇ ਨੇ ਪਾ ਲਿਆ ਤਾਂ ਉਹ ਤੇ ਮਿਹਰਬਾਨ ਹੋ ਜਾਓਗੇ। ਸੋ ਐਸੇ ਨਹੀਂ ਹੋ, ਆਪ ਜੀ ਬੜੇ ਬੇਅੰਤ ਹੋ ਅਕਾਲ ਪੁਰਖ ਜੀ। ਕੇ ਆ ਗੰਜ ਕਰਮੈ। ਸੋ ਆਪ ਜੀ ਦੇ ਜਿਹੜੇ ਕਰਮ ਨੇ ਆ ਗੰਜ ਭਾਵ ਕੱਟਣ। ਸੋ ਆਪ ਜੀ ਦੇ ਜਿਹੜੇ ਕਰਮ ਨੇ ਕੰਮ ਨੇ ਕੱਟਣ ਤੋਂ ਰਹਿਤ ਨੇ। ਆਪ ਜੀ ਦੇ ਕੰਮਾਂ ਨੂੰ ਕੀਤੇ ਹੋਏ ਕੰਮਾਂ ਨੂੰ ਕੋਈ ਕੱਟ ਨਹੀਂ ਸਕਦਾ। ਭਾਵ ਸਾਧ ਸੰਗਤ ਜੀ ਜਿਵੇਂ ਕੋਈ ਗੱਲ ਕਵੇ ਨਾ, ਕੋਈ ਕਰਮ ਕਰ ਰਿਹਾ ਹੋਵੇ, ਕੋਈ ਅੰਧ ਸ਼ਰਧਾ ਵਾਲਾ ਕੰਮ ਕਰ ਰਿਹਾ ਹੋਵੇ, ਜਾਂ ਕੋਈ ਜਿਵੇਂ ਸਰਾਧ ਮਨਾ ਰਹੀਏ, ਆਪਾਂ ਸਾਧ ਸੰਗਤ ਜੀ ਤਰਕ ਕਰਕੇ ਉਸ ਦਾ ਜਿਹੜਾ ਕੰਮ ਹੈ ਉਸ ਦੀ ਗੱਲ ਨੂੰ ਕੱਟ ਦਿੰਦੇ ਹਾਂ ਵੀ ਇਹ ਤਾਂ ਵਹਿਮ ਹੈ, ਤਾਂ ਜੀ ਭਰਮ ਹੈ। ਪਰ ਅਕਾਲ ਪੁਰਖ ਵਾਹਿਗੁਰੂ ਦਾ ਵਿੱਚ ਨਹੀਂ ਐਸਾ। ਉਹਦੇ ਕੰਮ ਨੂੰ ਕੋਈ ਵੀ ਤਰਕ ਦੇ ਕੇ ਕੱਟ ਨਹੀਂ ਸਕਦਾ। ਕੀਆ ਪੰਜ ਪਰਮੈ। ਸੋ ਆਪ ਜੀ ਭੰਜਨ ਤੋਂ ਰਹਿਤ ਹੋ ਤੇ ਆਪ ਜੀ ਨੂੰ ਕੋਈ ਭਰਮ ਵੀ ਨਹੀਂ ਹੈ। ਭੰਜਨ ਨਾਮ ਸਾਧ ਸੰਗਤ ਜੀ ਭੰਨਣ ਦਾ ਹੈ। ਕੀਆ ਭਿਜ ਲੋਕੈ। ਸੋ ਸਾਧ ਸੰਗਤ ਜੀ ਆਪ ਜੀ ਭਿੱਜਣ ਤੋਂ ਹੋ, ਆਪ ਜੀ ਸਾਰੇ ਲੋਕਾਂ ਦੇ ਵਿੱਚ ਸਮਾਨ ਰੂਪ ਕਰਕੇ ਵਿਆਪਕ ਹੋ। ਕੇ ਆਦਿਤ ਸੋਕੈ। ਸੋ ਆ ਕੇ ਆਦਿਤ, ਸੋ ਦਿਤੀ ਦੇ। ਸੋ ਇਹ ਸਾਧ ਸੰਗਤ ਜੀ ਕ੍ਰਿਸ਼ੀ ਕਸ਼ਯਪ ਸੀ, ਉਹਦੀਆਂ ਦੋ ਘਰ ਵਾਲੀਆਂ ਸੀ। ਇੱਕ ਦਾ ਨਾਮ ਸੀ ਦਿਤੀ ਤੇ ਇੱਕ ਦਾ ਨਾਮ ਸੀ ਅਦਿਤੀ। ਸੋ ਦਿਤੀ ਦੇ ਪੇਟ 'ਚੋਂ ਸਾਧ ਸੰਗਤ ਜੀ ਦੇਵਤੇ ਪੈਦਾ ਹੋਏ ਅਤੇ ਅਦਿਤੀ ਦੇ ਨਾਮ ਪੇਟ ਦੇ ਵਿੱਚੋਂ ਸਾਧ ਸੰਗਤ ਰਾਖਸ਼ ਪੈਦਾ ਹੋਏ। ਕਿ ਆਦਿਤ ਸੋਕੈ। ਸੋ ਆਪ ਜੀ ਜਿਹੜੇ ਆਦਿਤ ਭਾਵ ਦਾਨਵ ਹੋ ਦਿਤੀ ਦੇ ਪੁੱਤਰ, ਜਦ ਆਪ ਉਹ ਅਧਰਮ ਕਰਦੇ ਨੇ ਆਪ ਜੀ ਉਹਨਾਂ ਨੂੰ ਸੋਕ ਭਾਵ ਮਾਰ ਦਿੰਦੇ ਹੋ। ਸੋ ਆਪ ਜੀ ਐਸੇ ਦੀਨ ਦਿਆਲ ਵਾਹਿਗੁਰੂ ਹੋ। ਕੇ ਅਵਧੂਤ ਵਰਣੈ। ਸੋ ਆਪ ਜਿਹੜੀ ਦੀ ਮਹਿਮਾ ਹੈ ਉਹ ਵਰਨੇ ਤੋਂ ਰਹਿਤ ਹੈ। ਕੇ ਵਿਭੂਤ ਕਰਨੈ। ਸੋ ਵਿਭੂਤ ਨਾਮ ਸਾਸਰੀ ਆਪਣੇ ਪੰਜ ਤੱਤਾਂ ਦਾ ਹੈ, ਆਪਣੇ ਪੰਜ ਹੀ ਤੱਤਾਂ ਨੂੰ ਬਣਾਇਆ ਹੋਇਆ ਹੈ। ਸੋ ਜਿਹੜੀ ਆਪ ਜੀ ਦੀ ਕਰਨੀ ਹੈ, ਆਪ ਜੀ ਦਾ ਸਰੀਰ ਹੈ, ਉਹ ਵੀ ਸਾਧ ਸੰਗਤ ਜੀ ਤੱਤਾਂ ਤੋਂ ਰਹਿਤ ਹੈ। ਕੇ ਰਾਜੰ ਪ੍ਰਵਾਹ ਹੈ। ਸੋ ਆਪ ਜੀ ਰਾਜਿਆਂ ਦੇ ਰਾਜੇ ਹੋ, ਸਭ ਤੋਂ ਉੱਪਰ ਹੋ ਆਪ ਜੀ, ਪਰਾਸ਼ਕਤੀ ਹੋ ਆਪ। ਕੇ ਧਰਮੰ ਤੁਜਾ ਹੈ। ਸੋ ਧਰਮ ਦਾ ਧਵਜ ਵੀ ਆਪ ਹੀ ਹੋ, ਧਰਮ ਦੇ ਜਿਹੜੇ ਝੰਡੇ ਬੁਲੰਦ ਨੇ ਉਹ ਵੀ ਆਪ ਹੀ ਹੋ। ਕਿਆ ਸੋਕ ਵਰਨੈ। ਸੋ ਆਪ ਜੀ ਸ਼ੋਕਾਂ ਤੋਂ ਰਹਿਤ ਹੋ, ਕਿਸੇ ਪ੍ਰਕਾਰ ਦਾ ਵੀ ਆਪ ਨੂੰ ਸ਼ੋਕ ਨਹੀਂ ਹੈ। ਕੇ ਸਰਬਾ ਭਰਨੈ। ਸੋ ਸਾਧ ਸੰਗਤ ਜੀ ਭਰਨ ਨਾਮ ਸੋ ਆਭੂਸ਼ਣ ਦਾ ਹੈ, ਆਭਰਨ। ਸੋ ਆਪ ਜੀ ਸਾਰੇ ਸੰਸਾਰ ਦਾ ਸ਼ਿੰਗਾਰ ਹੋ। ਕੇ ਜਗਤੰ ਕ੍ਰਿਤੀ ਹੈ। ਸੋ ਜਗਤ ਨੂੰ ਬਣਾਉਣੇ ਵਾਲੀ, ਜਗਤ ਦੀ ਕਿਰਤ ਕਰਨ ਵਾਲੇ ਵੀ ਆਪ ਹੀ ਹੋ, ਜਗਤ ਆਪ ਜੀ ਹੀ ਕਿਰਤ ਹੈ। ਕੇ ਛਤਰੰ ਛਤਰੀ ਹੈ। ਸੋ ਛਤਰੀਆਂ ਦੇ ਵਿੱਚ ਛਤਰੀ, ਜਿਹੜਾ ਛਤਰੀ ਧਰਮ ਹੈ ਉਹ ਛਤਰੀਆਂ ਦੇ ਵਿੱਚ ਛਤਰੀ ਧਰਮ ਦੇ ਰੂਪ ਦੇ ਵਿੱਚ ਵਿਰਾਜਮਾਨ ਹੋ ਆਪ। ਕੇ ਬ੍ਰਹਮੰ ਸਰੂਪੇ। ਸੋ ਸਾਧ ਸੰਗਤ ਜੀ ਆਪ ਜੀ ਦਾ ਜਿਹੜਾ ਸਰੂਪ ਹੈ ਬ੍ਰਹਮ ਸਰੂਪ ਹੈ, ਅਕਾਲ ਪੁਰਖ ਵਾਹਿਗੁਰੂ ਜੀ। ਕੇ ਅਨਭਉ ਅਨੂਪੈ। ਸੋ ਆਪ ਜੀ ਅਨੁਭਵ ਚੋਂ ਪੈਦਾ ਹੁੰਦੇ ਹੋ ਅਤੇ ਆਪ ਜੀ ਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਆਪ ਜੀ ਦੀ ਬੁੱਧੀ ਦਾ। ਕੇ ਆਦ ਅਦੇਵ ਹੈ। ਅਨੁਭਵ ਅਨੂਪੈ, ਆਪ ਜੀ ਭਾਵ ਤੋਂ ਵੀ ਰਹਿਤ ਹੋ। ਕੇ ਆਦ ਅਦੇਵ ਹੈ। ਸੋ ਆਪ ਜੀ ਸ਼ੁਰੂ ਤੋਂ ਹੀ ਹੋ ਅਕਾਲ ਪੁਰਖ ਵਾਹਿਗੁਰੂ ਜੀ, ਆਪ ਨੂੰ ਕੋਈ ਦੇ ਨਹੀਂ ਸਕਦਾ। ਕੇ ਆਪ ਅਭੇਵ ਹੈ। ਸੋ ਆਪ ਹੀ ਭੇਵਾਂ ਤੋਂ ਰਹਿਤ ਹੋ, ਆਪ ਜੀ ਦਾ ਕੋਈ ਭੇਦ ਨਹੀਂ ਪਾ ਸਕਦਾ, ਆਪ ਜੀ ਆਪਣੇ ਭੇਦ ਨੂੰ ਆਪ ਹੀ ਜਾਣਦੇ ਹੋ। ਕੇ ਚਿਤਰੰ ਬਹੀਨੈ। ਸੋ ਆਪ ਜੀ ਦਾ ਚਿੱਤਰ ਕੋਈ ਸਰੂਪ ਨਹੀਂ ਹੈ, ਸੋ ਨਾ ਚਿੱਤਰ ਆਪ ਜੀ ਦਾ ਕੋਈ ਕਰੈਕਟਰ ਵੀ ਨਹੀਂ ਹੈ। ਕੇ ਏਕੈ ਅਧੀਨੈ। ਸੋ ਸਾਧ ਸੰਗਤ ਜੀ ਆਪ ਜੀ ਦੇ ਸਾਰਾ ਸੰਸਾਰ ਅਧੀਨ ਹੈ ਅਕਾਲ ਪੁਰਖ ਜੀ। ਕੇ ਰੋਜ਼ੀ ਰਜ਼ਾਕੈ। ਸੋ ਸਾਧ ਸੰਗਤ ਜੀ ਸਾਰਿਆਂ ਨੂੰ ਰੋਜ਼ੀ ਦੇਣੇ ਵਾਲੇ ਵੀ ਆਪ ਹੀ ਹੋ, ਸਾਰਿਆਂ ਦਾ ਰਿਜ਼ਕ ਵੀ ਆਪ ਹੀ ਹੋ। ਸੋ ਸਾਧ ਸੰਗਤ ਜੀ ਰੋਜ਼ੀ ਕਿਸੇ ਨੂੰ ਤਾਂ ਮਿਲਦੀ ਜੇ ਕੋਈ ਕੰਮ ਕਰਦਾ ਹੋਵੇ। ਸੋ ਕੰਮ ਹੋ ਗਿਆ ਉਹਦਾ ਰਾਜ਼ਕ, ਅਤੇ ਜਿਹੜਾ ਉਸ ਕੰਮ ਤੋਂ ਚੀਜ਼ ਪੈਦਾ ਹੋਵੇ ਉਹਨੂੰ ਕਹਿੰਦੇ ਰੋਜ਼ੀ।
ਸੋ ਇਹ ਰਾਜ ਕੰਮ ਵੀ ਆਪ ਹੀ ਹੋ ਤੇ ਕੰਮ ਦੇ ਵਿੱਚੋਂ ਜਿਹੜਾ ਤੱਤ ਨਿਕਲਦਾ ਹੈ ਰੋਜ਼ੀ ਉਹ ਵੀ ਆਪ ਹੀ ਹੋ। ਰਹੀਮੈ ਰਿਹਾ ਕੈ ਸੋ ਆਪ ਜੀ ਸਾਰਿਆਂ ਤੇ ਰਹਿਮ ਕਰਨ ਵਾਲੇ ਹੋ। ਕੇ ਪਾਕ ਬੇਐਬ ਹੈ ਸੋ ਆਪ ਜੀ ਬੜਾ ਹੀ ਪਵਿੱਤਰ ਸਰੂਪ ਹੈ, ਐਬਾਂ ਤੋਂ ਰਹਿਤ ਹੋ, ਭਾਵ ਆਪ ਜੀ ਦਾ ਕੋਈ ਗੁਨਾਹ, ਆਪ ਜੀ ਦੇ ਕੋਈ ਔਗਣ ਨਹੀਂ ਹਨ, ਆਪ ਜੀ ਔਗਣਾਂ ਤੋਂ ਰਹਿਤ ਹੋ, ਬੜੇ ਹੀ ਪਵਿੱਤਰ ਸਰੂਪ ਹੋ ਆਪ। ਕੇ ਗੈਬੁਲ ਗੈਬ ਹੈ ਸੋ ਸਾਧ ਸੰਗਤ ਜੀ ਪਾਪਾ ਤੋਂ ਰਹਿਤ ਹੋ, ਆਪ ਜੀ ਬੜੇ ਹੀ ਪਵਿੱਤਰ ਹੋ। ਕੇ ਅਫਵੁਲ ਗੁਨਾਹ ਹੈ ਸੋ ਆਪ ਜੀ ਗੁਨਾਹਾਂ ਤੋਂ ਵੀ ਰਹਿਤ ਹੋ। ਕੇ ਸਾਹਾਨ ਸਾਹ ਹੈ ਸੋ ਆਪ ਜੀ ਬਾਦਸ਼ਾਹਾਂ ਦੇ ਵੀ ਬਾਦਸ਼ਾਹ ਹੋ। ਕੇ ਕਾਰਨ ਕੋ ਨਿੰਦ ਹੈ ਸੋ ਆਪ ਜੀ ਹਰ ਚੀਜ਼ ਦਾ ਕਾਰਨ ਵੀ ਆਪ ਹੀ ਹੋ। ਕੇ ਰੋਜੀ ਦੇ ਹੰਦ ਹੈ ਸੋ ਸਾਰਿਆਂ ਨੂੰ ਰੋਜੀ ਰੋਟੀ ਰਿਜ਼ਕ ਦੇਣ ਵਾਲੇ ਵੀ ਆਪ ਹੀ ਹੋ। ਕੇ ਰਾਜਕ ਰਹੀਮ ਹੈ ਸੋ ਆਪ ਜੀ ਰਾਜਿਆਂ ਤੇ ਰਹਿਮ ਕਰਨ ਵਾਲੇ ਹੋ ਤੇ ਰਾਜਕ ਸਾਰਿਆਂ ਤੇ ਰਹਿਮ ਕਰਕੇ ਸਾਰਿਆਂ ਨੂੰ ਰੋਟੀ ਦੇਣ ਵਾਲੇ ਵੀ ਆਪ ਹੀ ਹੋ। ਚਾਹੇ ਸਾਧ ਸੰਗਤ ਜੀ ਕੋਈ ਕਿੱਡਾ ਵੱਡਾ ਵੀ ਪਾਪੀ ਹੋਵੇ, ਸੋ ਅਕਾਲ ਪੁਰਖ ਵਾਹਿਗੁਰੂ ਦੇਂਦਾ ਦੇ ਲੈਣ ਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਸੋ ਜਿਹੜਾ ਕਿੱਡਾ ਵੀ ਵੱਡਾ ਪਾਪੀ ਹੋਵੇ ਉਹ ਪਾਪੀਆਂ ਦੇ ਉੱਪਰ ਵੀ ਦਇਆ ਕਰਕੇ ਸਾਧ ਸੰਗਤ ਜੀ ਦੇ ਦਿੰਦਾ ਹੈ। ਸੋ ਜਾਨ ਕੋ ਦੇ ਤਾਂ ਜਾਨ ਕੋ ਦੇ ਤੇ ਜ਼ਮੀਨ ਕੋ ਦੇ ਤੇ ਜਮਾਨ ਕੋ ਦੇ ਹੈ। ਸੋ ਜਾਣਨੇ ਵਾਲੇ ਨੇ ਵੀ ਦਿੰਦਾ ਹੈ, ਜਿਹੜਾ ਨੂੰ ਜਾਣਦਾ ਨਹੀਂ ਉਹਨੂੰ ਵੀ ਦਿੰਦਾ ਹੈ। ਸੋ ਅਕਾਲ ਪੁਰਖ ਵਾਹਿਗੁਰੂ ਬਿਨਾਂ ਭੇਦ ਭਾਵ ਤੋਂ ਸਾਰਿਆਂ ਉੱਪਰ ਰਹਿਮ ਕਰਕੇ ਉਸ ਨੂੰ ਰੋਟੀ ਦੇ ਦਿੰਦਾ ਹੈ। ਕਿ ਕਰਮੰ ਕਰੀਮ ਹੈ ਸੋ ਸਾਧ ਸੰਗਤ ਜੀ ਕਰਮੰ ਕਰੀਮ ਹੈ। ਸੋ ਕਰੀਮ ਨਾਮ ਮਿਹਰ ਦਾ ਜਾਂ ਦਇਆ ਦਾ ਹੈ। ਸੋ ਆਪ ਜੀ ਸਾਧ ਸੰਗਤ ਜੀ ਜਿੰਨੇ ਵੀ ਕਰਮ ਨੇ ਕਰੀਮ ਉਹਨਾਂ ਦੇ ਉੱਪਰ ਜਿੰਨੇ ਵੀ ਕਰਮ ਨੇ ਸਾਧ ਸੰਗਤ ਜੀ ਉਹ ਆਪ ਖੁਦ ਆਪ ਹੀ ਹੋ ਤੇ ਸਾਰੇ ਬੰਦਿਆਂ ਤੋਂ ਕੰਮ ਆਪਣੀ ਮਿਹਰ ਰੂਪੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਕਰਵਾਉਂਦੇ ਹੋ ਆਪ। ਕਿ ਸਰਵੰ ਕਲੀ ਹੈ ਸੋ ਸਾਰੀਆਂ ਕਲਾਂ ਆਪ ਦੇ ਵਿੱਚ ਹੀ ਹਨ। ਕਿ ਸਰਵੰ ਦਲੀ ਹੈ ਸੋ ਸਾਧ ਸੰਗਤ ਜੀ ਸਾਰਿਆਂ ਨੂੰ ਦਲਣੇ ਵਾਲੇ ਵੀ ਆਪ ਹੀ ਹੋ। ਕਿ ਸਰਵੰ ਕਲੀ ਹੈ ਸੋ ਸਾਰਿਆਂ ਦੇ ਕਾਲ ਸਰੂਪ ਵੀ ਆਪ ਹੀ ਹੋ। ਕਿ ਸਰਵੰ ਦਲੀ ਹੈ ਸੋ ਸਾਧ ਸੰਗਤ ਜੀ ਕੇ ਸਰਬੰ ਦਲੀ ਹੈ। ਸੋ ਜਿੰਨੇ ਵੀ ਦਲ ਨੇ ਸਾਧ ਸੰਗਤ ਜੀ ਧਰਤੀ ਦੇ ਉੱਪਰ ਜਿੰਨੇ ਵੀ ਪੰਥ ਨੇ ਉਹ ਪੰਥ ਵੀ ਆਪ ਹੀ ਹੋ। ਕਿ ਸਰਵਤਰ ਮਾਨੈ ਸੋ ਆਪ ਨੂੰ ਸਾਰੇ ਸੰਸਾਰ ਦੇ ਲੋਕ ਮੰਨਦੇ ਹਨ। ਜਿੰਨੇ ਵੀ ਸਾਧ ਸੰਗਤ ਜੀ ਮਾਣਯੋਗ ਵਿਅਕਤੀ ਨੇ ਸੰਸਾਰ ਦੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦੇ ਹਨ। ਕਿ ਸਰਵਤਰ ਦਾਨੈ ਸੋ ਅਕਾਲ ਪੁਰਖ ਵਾਹਿਗੁਰੂ ਦਾਨਿਆ। ਸੋ ਦਾਨੇ ਸਾਧ ਸੰਗਤ ਜੀ ਹੋ ਗਿਆ, ਸਿਆਣੇ ਬੰਦੇ ਨੂੰ ਦਾਨਾ ਕਹਿ ਦਿੰਦੇ ਨੇ। ਸੋ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਸਾਰੇ ਦਾਨਿਆਂ ਦਾ ਭਾਵ ਜਿੰਨੇ ਵੀ ਸਾਧ ਸੰਗਤ ਸਿਆਣੇ ਬੰਦੇ ਨੇ ਉਹ ਸਿਆਣੇ ਬੰਦਿਆਂ ਦਾ ਸਾਧ ਸੰਗਤ ਜੀ ਦਿਮਾਗ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ, ਉਹਨਾਂ ਦੀ ਸਿਆਣਪ ਆਪ ਹੀ ਹੈ। ਸੋ ਕੇ ਸਰਬੱਤਰ ਦਾਨਿਆ ਉਹ ਸਾਰਿਆਂ ਨੂੰ ਦਾਨ ਕਰਨ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਕਿ ਸਰਵਤਰ ਗਾਉਨੈ ਸੋ ਸਾਧ ਸੰਗਤ ਜੀ ਸਾਰੇ ਕਿਤੇ ਗਮਨ ਕਰਨ ਵਾਲਾ ਹੈ, ਸਾਰੇ ਚਾਰੇ ਕੁੰਟਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਗਮਨ ਕਰਦਾ ਹੈ। ਕਿ ਸਰਬੱਤਰ ਗਾਉਨੈ ਸੋ ਸਾਰਾ ਸੰਸਾਰ ਉਸਨੂੰ ਗਾਉਂਦਾ ਹੈ। ਕਿ ਸਰਵਤਰ ਭਾਉਨੈ ਸੋ ਭਾਉਨੈ ਜਿੰਨੇ ਵੀ ਭਾਉਣ ਨੇ ਸਾਧ ਸੰਗਤ ਜੀ ਆਪਣੇ ਪੈਰਾਮੀਟਰ ਕਹਿ ਲਈਏ ਆਪਾਂ ਮੈਥਮੈਟਿਕਲੀ। ਸੋ ਜਿੰਨੇ ਵੀ ਭਾਉਣ ਨੇ ਜਿੰਨੇ ਵੀ ਸਾਧ ਸੰਗਤ ਜੀ ਆਪਣੇ ਡਾਇਮੈਂਸ਼ਨਸ ਨੇ 64 ਪ੍ਰਕਾਰ ਦੇ ਸਾਧ ਸੰਗਤ ਜੀ ਅਹਿਮ ਮੰਨੇ ਜਾਂਦੇ ਨੇ। ਸੋ 64 ਪ੍ਰਕਾਰ ਦੇ ਵੇਦਾਂ ਦੇ ਵਿੱਚ ਅਹਿਮ ਮੰਨੇ ਜਾਂਦੇ ਨੇ ਤੇ 4 ਪ੍ਰਕਾਰ ਦੇ ਜਿਹੜੀ ਅੰਗਰੇਜ਼ੀ ਸੰਸਕ੍ਰਿਤੀ ਉਹਦੇ ਵਿੱਚ ਮੰਨੇ ਜਾਂਦੇ ਨੇ। ਸੋ ਸਾਧ ਸੰਗਤ ਜੀ ਉਹ ਸਾਰੇ ਅਹਿਮਾਂ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਉਹ ਆਪ ਹੀ ਹੈ। ਸੋ ਸਾਰੇ ਭਵਨਾਂ ਦੇ ਵਿੱਚ ਉਹ ਆਪ ਹੀ ਹੈ। ਭਾਉਨੈ ਸਾਰਿਆਂ ਨੂੰ ਭਾਉ ਦੇਣ ਵਾਲਾ ਵੀ ਉਹ ਆਪ ਹੀ ਹੈ। ਕਿ ਸਰਵਤਰ ਦੇਸੈ ਸੋ ਸਾਰੇ ਦੇਸ਼ਾਂ ਦੇ ਵਿੱਚ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਉਹ ਵਿਰਾਜਮਾਨ ਹੈ ਸਾਰੇ ਦੇਸ਼ਾਂ ਦੇ ਵਿੱਚ। ਸੋ ਸਾਰਿਆਂ ਦਾ ਸਾਧ ਸੰਗਤ ਜੀ ਦੇਸ਼ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਕਿ ਸਰਵਤਰ ਭੇਸੈ ਸੋ ਬ੍ਰਾਹਮਣਾਂ ਦੇ ਭੇਸ ਵਿੱਚ ਵੀ ਉਹ ਆਪ ਹੀ ਹੈ, ਛਤਰੀਆਂ ਦੇ ਭੇਸ ਵਿੱਚ ਵੀ ਆਪ ਹੀ ਹੈ। ਸੋ ਛਤਰੀ ਵੀ ਉਹ ਆਪ ਹੀ ਹੈ ਤੇ ਬ੍ਰਾਹਮਣ ਵੀ ਆਪ ਹੀ ਹੈ।
ਸਾਰੇ ਦੇਸਾਂ ਦੇ ਭੇਸਾਂ ਦੇ ਵਿੱਚ ਵੀ ਉਹ ਆਪ ਹੀ ਹੈ ਵਾਹਿਗੁਰੂ। ਕੀ ਸਰਵਤਰ ਰਾਜੈ ਸੋ ਉਹ ਸਾਰੇ ਰਾਜਿਆਂ ਦਾ ਰਾਜਾ ਹੈ ਅਕਾਲ ਪੁਰਖ ਵਾਹਿਗੁਰੂ, ਅਤੇ ਸਾਰੇ ਰਾਜਿਆਂ ਨੂੰ ਰਾਜ ਦੀ ਸਿੱਖਿਆ ਦੇਣ ਵਾਲਾ ਵੀ ਉਹ ਆਪ ਹੀ ਹੈ। ਕੀ ਸਰਵਤਰ ਸਾਜੈ ਸੋ ਜਿੰਨੀ ਵੀ ਸ੍ਰਿਸ਼ਟੀ ਹੈ ਦਿਖਦੀ ਆਪਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਨੇ ਹੀ ਸਿਰਜੀ ਹੈ, ਸਭ ਉਸ ਨੇ ਹੀ ਸਾਜਿਆ ਹੈ। ਸੋ ਸਾਜੈ, ਸਾਜੈ ਨਾਮ ਸਾਜਾਂ ਦਾ ਭਾਵ ਸਾਧ ਸੰਗਤ ਜੀ ਸਮਾਨ ਦਾ ਵੀ ਹੈ। ਸੋ ਜਿੰਨਾ ਵੀ ਸ੍ਰਿਸ਼ਟੀ ਦੇ ਉੱਪਰ ਜੜ ਅਥਵਾ ਚੇਤਨ ਸਮਾਨ ਹੈ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਸਾਜਿਆ ਹੈ ਜੜ ਅਤੇ ਚੇਤਨ ਸਮਾਨ। ਕੀ ਸਰਵਤਰ ਦੀਨੈ ਸੋ ਸਾਧ ਸੰਗਤ ਜੀ ਦੀਨ ਨਾਮ ਗਰੀਬ ਦਾ ਹੈ। ਸੋ ਜਿੰਨੇ ਵੀ ਗਰੀਬ ਨੇ ਜਾਂ ਨਿਮਾਣੇ ਨੇ ਉਹ ਨਿਮਾਣਿਆਂ ਦੇ ਵਿੱਚ ਨਿਮਾਣਾ ਬਣ ਕੇ ਆਪ ਹੀ ਬੈਠਾ ਹੈ। ਸੋ ਦੀਨ ਨਾਮ ਮਜ਼ਹਬ ਦਾ ਵੀ ਹੈ। ਸੋ ਸਾਰਿਆਂ ਦਾ ਧਰਮ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਸੋ ਦੀਨਿਆਂ ਦੀਨ ਨਾਮ ਦੇਣ ਦਾ ਵੀ ਹੈ। ਸੋ ਸਾਰਿਆਂ ਨੂੰ ਦਿੰਦਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਕੀ ਸਰਵਤਰ ਲੀਨੈ ਸੋ ਸਾਧ ਸੰਗਤ ਜੀ ਉਹ ਸਾਰਿਆਂ ਵਿੱਚ ਲੀਨ ਹੋ ਕੇ ਬੈਠਾ ਹੈ, ਇੱਕ ਜੋਤ ਸਰੂਪ ਹੋ ਕੇ ਬੈਠਾ ਹੈ, ਟਿਕਾਓ ਦੇ ਵਿੱਚ ਬੈਠਾ ਹੈ। ਸੋ ਸਾਰਿਆਂ ਜਿੰਨੇ ਵੀ ਸਰੂਪ ਨੇ ਉਹ ਸਾਰਿਆਂ ਦੇ ਵਿੱਚ ਇੱਕ ਸਮਾਧੀ ਦੇ ਵਿੱਚ ਲੀਨ ਹੋ ਕੇ ਬੈਠਾ ਹੈ। ਸੋ ਕੇਸਰ ਬਤਰ ਲੀਨ ਹੈ, ਅਤੇ ਉਹਨੂੰ ਪ੍ਰਾਪਤ ਕਰਨ ਵਾਸਤੇ ਕਿੰਨੇ ਬੰਦੇ ਸਮਾਧੀ ਦੇ ਵਿੱਚ ਲੀਨ ਵੀ ਹਨ। ਸੋ ਕੇਸਰ ਬਤਰ ਲੀਨ ਹੈ। ਸੋ ਜਿਵੇਂ ਪਹਿਲੀ ਪੰਕਤੀ 'ਚ ਕਿਹਾ ਸੀ ਸਾਰਿਆਂ ਨੂੰ ਦਿੰਦਾ ਵੀ ਆਪ ਹੀ ਹੈ, ਤਾਂ ਸਾਰਿਆਂ ਤੋਂ ਖੋਹ ਵੀ ਆਪ ਹੀ ਲੈਂਦਾ ਹੈ, ਲੈ ਵੀ ਆਪ ਹੀ ਲੈਂਦਾ ਹੈ। ਕੀ ਸਰਵਤਰ ਜਾਹੋ ਸੋ ਜਿੰਨੀਆਂ ਵੀ ਜਗ੍ਹਾ ਹਨ ਉਹਨਾਂ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ, ਸਾਰਿਆਂ ਜਗ੍ਹਾ ਵਿੱਚ ਜਾ ਸਕਦਾ ਹੈ। ਕੀ ਸਰਵਤਰ ਭਾਹੋ ਸੋ ਸਾਧ ਸੰਗਤ ਜੀ ਕੇ ਸਰਬੱਤਰ ਭਾਹੋ। ਸੋ ਸਾਰਿਆਂ ਦੀ ਭਾਵਨਾਵਾਂ ਵੀ ਆਪ ਹੀ ਹੈ, ਸਾਰੇ ਭਾਵਨਾ ਵਿੱਚ ਵੀ ਆਪ ਹੀ ਹੈ ਉਹ ਵਾਹਿਗੁਰੂ, ਅਤੇ ਸਾਰੀਆਂ ਜਗ੍ਹਾ ਦੇ ਵਿੱਚ ਵਿਆਪਕ ਵੀ ਹੈ, ਅਤੇ ਜਗ੍ਹਾਵਾਂ ਦੀ ਸੁੰਦਰਤਾ ਵੀ ਆਪ ਹੀ ਹੈ। ਸੋ ਜਗ੍ਹਾਵਾਂ ਦੀ ਸੁੰਦਰਤਾ ਜਿਹੜੀ ਮਨੁੱਖਾਂ ਦੇ ਮਨ ਨੂੰ ਭਾਉਂਦੀ ਹੈ ਉਹ ਭਾਉਣੇ ਵਾਲੀ ਚੀਜ਼ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਕੀ ਸਰਵਤਰ ਦੇਸੈ ਸੋ ਸਾਧ ਸੰਗਤ ਜੀ ਦੇਸੈ ਦੇਸਣ ਦਾ ਹੋ ਗਿਆ, ਦਿਸਣ ਦਾ। ਸੋ ਸਾਰੇ ਕਿਤੇ ਜਿਹੜੀ ਵੀ ਚੀਜ਼ ਦਿਖਦੀ ਹੈ, ਪੱਖਾ ਹੋ ਗਿਆ, ਕੂਲਰ ਹੋ ਗਿਆ, ਫਰਿੱਜ ਹੋ ਗਿਆ, ਟੀਵੀ ਹੋ ਗਿਆ, ਇਹ ਜੋ ਵੀ ਸਭ ਕਿਤੇ ਦਿਸਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਕੀ ਸਰਵਤਰ ਭੇਸੈ ਸੋ ਹਰ ਪ੍ਰਕਾਰ ਦੇ ਭੇਸ ਤੋਂ ਰਹਿਤ ਹੈ ਉਹ, ਤੇ ਸਾਰੇ ਪ੍ਰਕਾਰ ਦੇ ਭੇਸਾਂ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਸੋ ਜਿੰਨੇ ਵੀ ਭੇਸ ਨੇ ਉਹਨਾਂ ਵਿੱਚ ਆਪ ਹੀ ਹੈ। ਕੀ ਸਰਵਤਰ ਕਾਲੈ ਸੋ ਜਿੰਨਾ ਵੀ ਸਮਾਂ ਹੈ, ਪਿੱਛੇ ਸਮਾਂ ਲੰਘ ਗਿਆ ਹੈ, ਅਗਲਾ ਸਮਾਂ ਆਉਣਾ ਹੈ, ਅਤੇ ਜਿਹੜਾ ਸਮਾਂ ਚੱਲ ਰਿਹਾ ਹੈ ਸੋ ਸਮੇਂ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਸੋ ਕੀ ਸਰਬੱਤਰ ਕਾਲ ਹੈ। ਸੋ ਸਾਰਿਆਂ ਦਾ ਕਾਲ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਕੀ ਸਰਵਤਰ ਪਾਲੈ ਸੋ ਸਾਰਿਆਂ ਨੂੰ ਪਾਲਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਸੋ ਸਾਰਿਆਂ ਨੂੰ ਪਾਲਦਾ ਵੀ ਆਪ ਹੈ ਉਹ। ਕੀ ਸਰਵਤਰ ਹੰਤਾ ਹੰਤਾ ਸਾਧ ਸੰਗਤ ਜੀ ਹਰਨ ਦਾ ਹੈ। ਸੋ ਖੋਹਣੇ ਵਾਲਾ ਵੀ ਉਹ ਆਪ ਹੀ ਹੈ। ਸਾਰਿਆਂ ਦੇ ਸਰੀਰ ਕਿਸੇ ਨੂੰ ਪੈਸਾ ਦੇ ਕੇ ਉਹਨਾਂ ਦਾ ਪੈਸਾ ਵੀ ਆਪ ਹੀ ਹੰਤ ਲੈਂਦਾ ਹੈ, ਖੋਹ ਲੈਂਦਾ ਹੈ। ਕਿਸੇ ਨੂੰ ਜੀਵਨ ਦਿੰਦਾ ਹੈ, ਜੀਵਨ ਦੇ ਕੇ ਉਹਨਾਂ ਨੂੰ ਮਾਰ ਵੀ ਆਪ ਹੀ ਦਿੰਦਾ, ਉਹਨਾਂ ਦਾ ਜੀਵਨ ਹਰ ਲੈਂਦਾ ਹੈ। ਸੋ ਹੰਤਾ ਵੀ ਉਹ ਆਪ ਹੀ ਹੈ। ਕੀ ਸਰਵਤਰ ਗੰਤਾ ਸੋ ਗੰਤਾ ਨਾਮ ਗਿਆਨੀ ਦਾ ਹੈ। ਸਾਰੀਆਂ ਮਨਾਂ ਦੀਆਂ ਬਿਰਤੀਆਂ ਨੂੰ ਆਪ ਹੀ ਜਾਣਦਾ ਹੈ ਉਹ ਵਾਹਿਗੁਰੂ। ਜਾਨੋ ਜਾਨ ਸੁਜਾਨ ਸਭੈ ਵਿਦ, ਅਰਦਾਸ ਇਹ ਹੈ ਪਵਤ ਆਪ ਨਿਵਾਰੋ। ਸਰਬ ਮਹਾਰਾਜ ਦੇ ਵਿੱਚ ਲਿਖਿਆ ਹੈ ਵੀ ਸਾਰਾ ਕੁਝ ਜਾਣਦਾ ਵੀ ਆਪ ਹੀ ਹੈ ਉਹ ਵਾਹਿਗੁਰੂ। ਕੀ ਸਰਵਤਰ ਭੇਖੀ ਸੋ ਜਿੰਨੇ ਵੀ ਆਪਾਂ ਇਹ ਭੇਖੀ ਦੇਖੇ ਨੇ ਨਾ ਸੰਸਾਰ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ ਉਹ ਵਾਹਿਗੁਰੂ। ਸੋ ਜਿੰਨੇ ਵੀ ਭੇਖੀ ਨੇ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ ਭੇਖੀਆਂ ਦੇ ਵਿੱਚ ਵੀ। ਸੋ ਭੇਖੀ ਸੋ ਜਿੰਨੇ ਵੀ ਭੇਖ ਨੇ, ਬ੍ਰਾਹਮਣ ਦਾ ਭੇਖ, ਛਤਰੀ ਦਾ ਭੇਖ, ਸ਼ੂਦਰ ਦਾ ਭੇਸ, ਕ੍ਰਿਸ਼ਨ ਦਾ ਭੇਸ, ਮੁਸਲਮਾਨਾਂ ਦਾ ਭੇਸ, ਉਹ ਸਾਰੇ ਭੇਸਾਂ ਦੇ ਵਿੱਚ ਵੀ ਆਪ ਹੀ ਹੈ ਉਹ ਵਾਹਿਗੁਰੂ। ਕੀ ਸਰਵਤਰ ਭੇਖੀ ਕਹਿੰਦੇ ਜਿੰਨੇ ਵੀ ਭੇਖ ਨੇ ਉਹ ਸਾਰੇ ਭੇਖਾਂ ਦੇ ਵਿੱਚ ਮੈਂ ਉਹ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਭੇਖਦਾ ਹਾਂ, ਦੇਖਦਾ ਹਾਂ। ਭਾਵ ਕਿ ਕੇ ਸਰਬੱਤਰ ਭੇਖੀ ਅਤੇ ਸਾਰੇ ਕਿਤੇ ਉਹੀ ਦਿਖਦਾ ਹੈ ਸਾਨੂੰ। ਕੀ ਸਰਵਤਰ ਕਾਜੈ ਸੋ ਜਿੰਨੇ ਵੀ ਕਾਰਜ ਨੇ ਉਹ ਸਾਰੇ ਕਾਰਜਾਂ ਦੇ ਵਿੱਚ ਆਪ ਹੀ ਵਿਆਪਕ ਹੈ।
ਸੋ ਜੇ ਪੁੱਤਰੀ ਦਾ ਵਿਆਹ ਕਰਾਉਣਾ ਹੋਵੇ, ਵਿਆਹ ਦੇ ਕਾਰਜ ਵੀ ਦੇ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਸੋ ਬਾਕੀ ਕਾਜੈ ਨਾਮ ਕਾਜੀ ਦਾ ਵੀ ਹੋ ਗਿਆ। ਸੋ ਜਿੰਨੇ ਵੀ ਦੇਸ਼ਾਂ ਦੇ ਮੰਤਰੀ ਵਜ਼ੀਰ ਨੇ, ਮੰਤਰੀ ਵਜ਼ੀਰਾਂ ਦੇ ਵਿੱਚ ਵੀ ਆਪ ਹੀ ਹੈ। ਸੋ ਕਾਜੈ ਸੋ ਕਾਜ ਨਾਮ ਕੱਜਣ ਦਾ ਵੀ ਹੋ ਗਿਆ। ਸੋ ਜਿੰਨੇ ਨਾਮ ਸਾਧ ਸੰਗਤ ਜੀ ਜਿੰਨੇ ਵੀ ਪੜ੍ਹਦੇ ਨੇ ਸੰਸਾਰ ਦੇ ਵਿੱਚ, ਸੋ ਜਿਵੇਂ ਪਰ ਇਸਤਰੀ ਤੋਂ ਇੱਕ ਕਿਸੇ ਜਤੀ ਪੁਰਸ਼ ਦਾ ਪਰਦਾ ਹੋ ਗਿਆ, ਸਤੀ ਇਸਤਰੀ ਦਾ ਕਿਸੇ ਪਰ ਪੁਰਸ਼ ਤੋਂ ਪਰਦਾ ਹੋ ਗਿਆ। ਸੋ ਕਿਸੇ ਦੀ ਵੀ ਮਨ ਦੀ ਆਪ ਦੀ ਗੱਲ ਹੈ, ਸੋ ਮਨ ਦੀ ਗੱਲ ਦਾ ਪਰਦਾ ਵੀ ਉਹ ਆਪ ਹੀ ਹੈ। ਸਾਰਿਆਂ ਦੇ ਪਰਦੇ ਕੱਢਣ ਵਾਲਾ ਵੀ ਆਪ ਹੀ ਹੈ। ਕੇ ਸਰਵਤਰ ਰਾਜੈ। ਸੋ ਸਾਧ ਸੰਗਤ ਜੀ ਸਾਰਿਆਂ ਨੂੰ ਰਜਾਉਣ ਵਾਲਾ ਵੀ ਆਪ ਹੀ ਹੈ। ਸੋ ਅੰਨ ਦੇ ਕੇ ਸਾਰਿਆਂ ਨੂੰ ਰਜਾਉਣ ਵਾਲਾ ਵੀ ਆਪ ਹੀ ਹੈ, ਢਿੱਡ ਭਰਨ ਵਾਲਾ ਵੀ ਆਪ ਹੀ ਹੈ। ਕੇ ਸਰਬਤਰ ਰਾਜੈ। ਸੋ ਰਾਜਿਆਂ ਦਾ ਰਾਜਾ ਵੀ ਆਪ ਹੀ ਹੈ। ਸੋ ਸਾਰੇ ਕਿਤੇ ਵਿਆਪਕ ਹੋ ਅਕਾਲ ਪੁਰਖ ਵਾਹਿਗੁਰੂ। ਕੇ ਸਰਵਤਰ ਸੁਖ ਹੈ। ਸੋ ਕੇ ਸਰਬਤਰ ਸੁਖ ਹੈ। ਸੁਖ ਹੈ ਨਾਮ ਸੋਖਣ ਦਾ ਹੈ। ਸੋ ਅਕਾਲ ਪੁਰਖ ਵਾਹਿਗੁਰੂ ਸੰਸਾਰ ਦੀਆਂ ਜਿੰਨੀਆਂ ਵੀ ਦਸੋ ਦਿਸ਼ਾਵਾਂ ਹਨ ਉਹਨਾਂ ਨੂੰ ਇੱਕ ਪਲ ਦੇ ਵਿੱਚ ਸੋਖ ਸਕਦਾ ਹੈ, ਭਾਵ ਆਪਣੇ ਵਿੱਚ ਸਮਾ ਸਕਦਾ ਹੈ। ਸੋ ਐਸਾ ਹੈ ਉਹ ਅਕਾਲ ਪੁਰਖ ਵਾਹਿਗੁਰੂ। ਕੇ ਸਰਵਤਰ ਭੁਖ ਹੈ। ਸੋ ਪੋਖਣ ਨਾਮ ਪਾਲਣ ਦਾ ਵੀ ਹੈ। ਸੋ ਸਾਰੇ ਸੰਸਾਰ ਨੂੰ ਪੋਖਦਾ ਪਾਲਦਾ ਉਹ ਵਾਹਿਗੁਰੂ ਆਪ ਹੀ ਹੈ। ਕੇ ਸਰਵਤਰ ਤਰਾਨੈ। ਸੋ ਤਰਾਣ ਨਾਮ ਜੋੜ ਦਾ ਹੈ। ਸੋ ਸਾਧ ਸੰਗਤ ਜੀ ਉਹ ਸਾਰੇ ਸੰਸਾਰ ਦੇ ਜੀਵਾਂ ਦੇ ਵਿੱਚ ਜਿਹੜਾ ਉਹਨਾਂ ਦੀ ਬਾਹਾਂ ਦਾ ਜੋਰ ਹੈ, ਉਹ ਸਾਧ ਸੰਗਤ ਜੀ ਉਹ ਅਕਾਲ ਪੁਰਖ ਵਾਹਿਗੁਰੂ ਜੋਰ ਵੀ ਆਪ ਹੀ ਹੈ। ਕੇ ਸਰਵਤਰ ਪ੍ਰਾਨੈ। ਸੋ ਸਾਧ ਸੰਗਤ ਜੀ ਸਾਰਿਆਂ ਦੀ ਆਤਮਾ ਵੀ ਆਪ ਹੀ ਹੈ, ਸਾਰਿਆਂ ਦੇ ਪ੍ਰਾਣ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਕੇ ਸਰਵਤਰ ਦੇਸੈ। ਸੋ ਜਿੰਨੇ ਵੀ ਦੇਸ਼ ਨੇ ਸਾਰੇ ਦੇਸ਼ਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ। ਕੇ ਸਰਵਤਰ ਭੇਸੈ। ਸੋ ਜਿੰਨੇ ਵੀ ਭੇਖ ਨੇ ਸਾਰੇ ਭੇਸਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਕੇ ਸਰਵਤਰ ਮਾਨੈ। ਸੋ ਸਾਰੇ ਕਿਤੇ ਸਾਧ ਸੰਗਤ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦੇ ਨੇ। ਸੋ ਸਾਰੇ ਕਿਤੇ ਉਸੀ ਦੀ ਹੇਠੀ ਮੰਨੀ ਜਾਂਦੀ ਹੈ, ਉਸੇ ਦਾ ਨਾਮ ਹੀ ਜਪਿਆ ਜਾਂਦਾ ਹੈ। ਸੋ ਜਿਵੇਂ ਸਾਧ ਸੰਗਤ ਜੀ ਇੱਕ ਵਾਰ ਜਦੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਬਗਦਾਦ ਗਏ ਸਨ ਨਾ, ਤਾਂ ਉੱਥੇ ਦਾ ਇੱਕ ਜਿਹੜਾ ਉਹਨਾਂ ਦਾ ਕਾਜੀ ਸੀ, ਸਭ ਤੋਂ ਬੜਾ ਸਾਧ ਸੰਗਤ ਜੀ ਪੀਰ। ਸੋ ਉਹ ਸਾਧ ਸੰਗਤ ਜੀ ਆਇਆ ਉੱਥੇ ਮਹਾਰਾਜ ਦੇ ਕੋਲ। ਉਹ ਕਹਿੰਦਾ ਬਈ ਕੁਰਾਨ ਦੇ ਵਿੱਚ 7 ਆਕਾਸ਼ ਲਿਖੇ ਨੇ, ਤੁਸੀਂ ਲਿਖੀ ਜਾਂਦੇ ਹੋ ਪਾਤਾਲਾ ਪਾਤਾਲ, ਜਾਂ ਤਾਂ ਦਿਖਾਓ ਨਹੀਂ ਫਿਰ ਤੁਹਾਨੂੰ ਅਸੀਂ ਮਾਰ ਦੇਵਾਂਗੇ। ਸੋ ਮਹਾਰਾਜ ਕਹਿੰਦੇ ਬਈ ਚੱਲ ਫਿਰ ਤੂੰ ਸਾਡੇ ਨਾਲ ਚੱਲ। ਉਹ ਕਹਿੰਦਾ ਜੀ ਮੈਂ ਤਾਂ ਆਪ ਬੜਾ ਹੋ ਗਿਆ, ਮੈਂ ਤਾਂ ਮਰ ਜੂ, ਇਹਨਾਂ ਤੁਰ ਨਹੀਂ ਸਕਦਾ, ਤੁਸੀਂ ਐਂ ਕਰੋ ਮੇਰੇ ਜਵਾਨ ਬੇਟੇ ਨੂੰ ਨਾਲ ਲੈ ਜਾਓ। ਸੋ ਮਹਾਰਾਜਾ ਉਹਦੇ ਜਵਾਨ ਬੇਟੇ ਨੂੰ ਨਾਲ ਲੈ ਗਏ। ਸੋ ਸਾਧ ਸੰਗਤ ਜੀ ਜਿੱਥੇ ਵੀ ਉਹ ਜਵਾਨ ਬੇਟਾ ਜਾਂਦਾ ਮਹਾਰਾਜ ਦੇ ਨਾਲ, ਉੱਥੇ ਸਾਰੇ ਕਿਤੇ ਸਾਧ ਸੰਗਤ ਜੀ ਮਹਾਰਾਜ ਦੀ ਉਹ ਸੰਗਤ ਸੀ ਗੁਰੂ ਨਾਨਕ ਸਾਹਿਬ ਦੀ, ਸਭ ਕਿਤੇ ਅਨਹਦ ਨਾਮ ਦਾ ਕੀਰਤਨ ਚੱਲ ਰਿਹਾ। ਸੋ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਵੀ ਤੂੰ ਐਂ ਕਰ, ਕੋਈ ਨਿਸ਼ਾਨੀ ਲੈ ਜਾ ਵੀ ਤੇਰੇ ਪਿਤਾ ਨੂੰ ਯਕੀਨ ਹੋ ਜਾਵੇ ਜਿਹਦੇ ਕਰਕੇ। ਫਿਰ ਉਹ ਸਾਧ ਸੰਗਤ ਜਿੱਥੇ ਜਿੱਥੇ ਵੀ ਜਾਂਦੇ ਸੰਗਤ ਪ੍ਰਸ਼ਾਦ ਦਿੰਦੀ, ਕਿਣਕਾ ਕਿਣਕਾ ਇੱਕ ਕੌਲੇ ਦੇ ਵਿੱਚ ਭਰ ਕੇ ਰੱਖੀ ਜਾਂਦਾ। ਸੋ ਸਾਧ ਸੰਗਤ ਜੀ ਉਹ ਸੁਰਤ ਦੇ ਰਾਹੀਂ ਗਏ। ਉਹਨੂੰ ਲੱਗਿਆ ਉਹਦੇ ਇੱਕ ਫਕੀਰ ਦੇ ਬੇਟੇ ਨੂੰ ਬਈ ਜਿਹੜਾ ਮੈਂ ਆ ਵੀ ਮੈਂ ਤਾਂ ਹਜ਼ਾਰਾਂ ਸਾਲਾਂ ਹੋ ਗਏ ਲੋਕਾਂ 'ਚ ਭਰਮਦਿਆਂ ਫਿਰਦਿਆਂ ਨੂੰ, ਲੱਗਦਾ ਵੀ ਮੇਰਾ ਜਿਹੜਾ ਪਿਤਾ ਹੈ ਉਹ ਤਾਂ ਹੁਣ ਤੱਕ ਚੜ੍ਹਾਈ ਕਰ ਗਿਆ ਹੋਊਗਾ, ਵੀ ਸਾਨੂੰ ਤਾਂ ਹਜ਼ਾਰਾਂ ਸਾਲਾਂ ਹੋ ਗਏ। ਸਰ ਮਹਾਰਾਜ ਕਹਿੰਦੇ ਬਈ ਨਹੀਂ ਭਾਈ 1000 ਸਾਲ ਨਹੀਂ ਹੋਏ, ਤਾਂ ਪਲੇ ਹੋਏ ਨੇ ਕੁਛ। ਫਿਰ ਸਾਧ ਸੰਗਤ ਧਰਤੀ 'ਤੇ ਆਏ, ਉਹਨਾਂ ਨੂੰ ਪਤਾ ਲੱਗਿਆ ਬਈ ਇਹ ਤਾਂ ਹਜੇ ਕੁਛ ਕੁ ਪਲੇ ਹੋਏ ਨੇ। ਫਿਰ ਉਹਨੇ ਆ ਕੇ ਪਿਤਾ ਨੂੰ ਦੱਸਿਆ ਆਪਣੇ ਨੂੰ, ਬਾਈ ਸਾਰੇ ਕਿਤੇ ਗੁਰੂ ਨਾਨਕ ਸਾਹਿਬ ਦੀ ਜੈ ਜੈਕਾਰ ਹੋ ਰਹੀ ਹੈ, ਸਾਰੇ ਲੋਕਾਂ ਦੇ ਵਿੱਚ ਮਹਾਰਾਜ ਦਾ ਨਾਮ ਹੀ ਚੱਲ ਰਿਹਾ ਹੈ। ਕਿੰਨੇ ਲੋਕ ਨੇ ਸਾਰੇ ਦੇਖ ਆਇਆ ਮੈਂ, ਅਤੇ ਕਿੰਨੇ ਕੁ ਰਹਿ ਵੀ ਗਏ। ਸੋ ਕੇ ਸਰਬੱਤਰ ਮੰਨਦੇ ਆ ਵੀ ਸਾਰੇ ਲੋਕਾਂ ਦੇ ਲੋਕ ਉਹਨਾਂ ਨੂੰ ਮੰਨਦੇ ਨੇ ਅਕਾਲ ਪੁਰਖ ਜੀ ਨੂੰ। ਕੇ ਸਰਬੱਤਰ ਮੰਨਿਆ। ਸੋ ਜਿੰਨੇ ਵੀ ਮਾਣਯੋਗ ਵਿਅਕਤੀ ਨੇ, ਉਹ ਆਦਰ ਸਤਿਕਾਰ ਵਾਲੇ ਵਿਅਕਤੀ ਨੇ, ਉਹ ਲੋਕਾਂ ਦੇ
ਉਹ ਲੋਕਾਂ ਦੇ ਸਾਧ ਸੰਗਤ ਜੀ ਮਾਣਯੋਗ ਵਿਅਕਤੀ ਵੀ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਦੇ ਹਨ। ਸदैवੰ ਪ੍ਰਧਾਨੈ ਸੋ ਸਾਰਿਆਂ ਤੋਂ ਉੱਚਾ, ਸਾਰਿਆਂ ਦਾ ਪ੍ਰਧਾਨ ਹੈ, ਉਹ ਸ੍ਰੇਸ਼ਟ ਹੈ ਸਾਰਿਆਂ ਤੋਂ। ਕੀ ਸਰਵਤਰ ਜਾਪੈ ਸੋ ਜਾਪਿਆ ਨਾਮ ਦਿਖਣ ਦਾ ਵੀ ਹੈ। ਜਿੰਨੇ ਵੀ ਸੰਸਾਰ ਦੇ ਵਿੱਚ ਆਪਾਂ ਨੂੰ ਚੀਜ਼ ਦਿਖਦੀ ਹੈ ਉਹ ਅਕਾਲ ਪੁਰਖ ਵਾਹਿਗੁਰੂ ਹੀ ਹੈ। ਵੀ ਸਾਧ ਸੰਗਤ ਜੀ ਮਹਾਰਾਜ ਕਹਿ ਰਹੇ ਹਨ ਵੀ ਅਕਾਲ ਪੁਰਖ ਸਾਨੂੰ ਸਾਰੀ ਦਿਸ਼ਾ ਦੇ ਵਿੱਚ ਜਾਪ ਰਿਹਾ ਹੈ, ਵੀ ਸਾਰੇ ਕਿਤੇ ਹੈ। ਕਿ ਸਰਬੱਤਰ ਜਾਪਿਆ ਵੀ ਸਾਰੇ ਉਹਦਾ ਜਾਪ ਕਰਦੇ ਹਨ। ਕੀ ਸਰਵਤਰ ਥਾਪੈ ਸੋ ਸਾਧ ਸੰਗਤ ਜੀ ਜਿੰਨੀ ਵੀ ਸੰਸਾਰ ਹੈ, ਕਹਿੰਦੇ ਸੰਸਾਰ ਦੇ ਜਿੰਨੇ ਵੀ ਦਿਸ਼ਾਵਾਂ ਨੇ ਉਹ ਅਕਾਲ ਪੁਰਖ ਵਾਹਿਗੁਰੂ ਨੇ ਥਾਪੀਆਂ ਨੇ ਹਨ, ਸਾਜੀਆਂ ਹਨ। ਕਿ ਸਰਬੱਤਰ ਭਾਨੈ ਸੋ ਭਾਨ ਨਾਮ ਸਾਧ ਸੰਗਤ ਜੀ ਪ੍ਰਕਾਸ਼ ਦਾ ਹੈ। ਸੋ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਸਾਰਿਆਂ ਦਾ ਪ੍ਰਕਾਸ਼ ਹੈ, ਸਾਰਿਆਂ ਦਾ ਜੋਤ ਹੈ, ਸਾਰਿਆਂ ਦੀ ਬੁੱਧੀ ਦਾ ਉਜਾਲਾ ਹੈ। ਕਿ ਸਰਬੱਤਰ ਭਾਨੈ ਸੋ ਭਾਨ ਨਾਮ ਸੂਰਜ ਦਾ ਵੀ ਹੈ। ਸੋ ਸਾਧ ਸੰਗਤ ਜੀ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਸਾਰੇ ਲੋਕਾਂ ਦਾ ਸੂਰਜ ਵੀ ਆਪ ਹੀ ਹੈ, ਸਾਰੇ ਲੋਕਾਂ ਨੂੰ ਰੌਸ਼ਨੀ ਦੇਣ ਵਾਲਾ ਵੀ ਆਪ ਹੀ ਹੈ। ਕਿ ਸਰਬੱਤਰ ਭਾਨੈ ਸੋ ਜਿੰਨੇ ਵੀ ਸੂਰਜ ਨੇ ਉਹਨਾਂ ਨੂੰ ਵੀ ਰੌਸ਼ਨੀ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਕਿ ਸਰਬੱਤਰ ਮਾਨੈ ਸੋ ਅਕਾਲ ਪੁਰਖ ਵਾਹਿਗੁਰੂ ਸਾਰਿਆਂ ਦਾ ਹੰਕਾਰ ਵੀ ਆਪ ਹੀ ਹੈ। ਕਿ ਸਰਬੱਤਰ ਮਾਨੈ ਸੋ ਜਿੰਨੇ ਵੀ ਮਾਣਯੋਗ ਵਿਅਕਤੀ ਨੇ ਧਰਤੀ ਦੇ ਉੱਪਰ, ਜਿਨ੍ਹਾਂ ਨੂੰ ਸਾਰੀ ਧਰਤੀ ਸਲਾਮ ਕਰਦੀ ਹੈ। ਜਿਵੇਂ ਸਾਧ ਸੰਗਤ ਜੀ ਆਪਾਂ ਕਹੀਏ ਬਈ ਕ੍ਰਿਸ਼ਨ ਜੀ, ਮਾਣਯੋਗ ਸ੍ਰੀ ਕ੍ਰਿਸ਼ਨ ਜੀ। ਸੋ ਮਾਣਯੋਗ ਫਲਾਣੇ ਸਿੰਘ ਸਾਹਿਬ, ਮਾਣਯੋਗ ਸੰਤ ਜੀ। ਸੋ ਸਾਧ ਸੰਗਤ ਜੀ ਕਿਉਂਕਿ ਧਰਤੀ ਉਹਨਾਂ ਨੂੰ ਮੰਨਦੀ ਹੈ ਅਤੇ ਜਿਹੜੇ ਸੰਤ ਨੇ ਉਹ ਮਾਣਯੋਗ ਹੋ ਗਏ ਫਿਰ, ਕਿਉਂਕਿ ਧਰਤੀ ਉਹਨਾਂ ਨੂੰ ਪੂਜਦੀ ਹੈ। ਪਰ ਜਿਹੜੇ ਮਾਣਯੋਗ ਵਿਅਕਤੀ ਨੇ ਉਹ ਵੀ ਇਸ ਅਕਾਲ ਪੁਰਖ ਵਾਹਿਗੁਰੂ ਨੂੰ ਪੂਜਦੇ ਨੇ। ਕਿ ਸਰਬੱਤਰ ਇੰਦਰ ਹੈ ਸੋ ਸਾਰਿਆਂ ਦਾ ਇੰਦਰ ਵਾਹਿਗੁਰੂ ਆਪ ਹੀ ਹੈ। ਕਿ ਸਰਬੱਤਰ ਚੰਦਰ ਹੈ ਉਹ ਸਾਰਿਆਂ ਦਾ, ਸਾਰੇ ਲੋਕਾਂ ਦਾ ਉਪਗ੍ਰਹਿ ਆਪ ਹੀ ਹੈ। ਕਿ ਸਰਬੰ ਕਲੀ ਮੈਂ ਸੋ ਸਾਧ ਸੰਗਤ ਜੀ ਕਲੀ ਮੈਂ ਕਲੀ ਸਾਰੇ ਕਲਾਂ ਦੇ ਵਿੱਚ ਹੈ। ਸਾਧ ਸੰਗਤ ਜੀ ਸਾਰਿਆਂ ਜ਼ਰੇ ਜ਼ਰੇ ਦੇ ਵਿੱਚ ਸਮਾਇਆ ਹੋਇਆ ਹੈ ਅਤੇ ਸਾਧ ਸੰਗਤ ਜੀ ਸਾਰੇ ਉਸ ਦੇ ਮਹਿਮਾ ਗਾ ਰਹੇ ਨੇ, ਸਾਰੇ ਉਹਦੇ ਹੁਕਮ ਨੂੰ ਮੰਨ ਰਹੇ ਹਨ। ਕਿ ਪਰਵੰ ਪਹੀ ਮੈਂ ਕਿਉਂਕਿ ਉਹਦਾ ਜਿਹੜਾ ਹੁਕਮ ਹੈ ਸਭ ਤੋਂ ਸਰਵੋੱਚ ਹੁਕਮ ਹੈ। ਕਿ ਅਕਲ ਅਲਾ ਮੈਂ ਸੋ ਉਹਦੇ ਵਿੱਚ ਇੰਨੀ ਜ਼ਿਆਦਾ ਅਕਲ ਹੈ, ਅਕਲ ਦਾ ਖਜ਼ਾਨਾ ਹੈ ਉਹ ਵਾਹਿਗੁਰੂ। ਕਿ ਸਾਹਿਬ ਕਲਾ ਮੈਂ ਸੋ ਸਾਧ ਸੰਗਤ ਜੀ ਸਾਰੇ ਉਸ ਦੀ ਅਕਲ ਨੂੰ ਮੰਨਦੇ ਹਨ, ਕਹਿੰਦੇ ਹਨ ਵੀ ਸਭ ਤੋਂ ਜ਼ਿਆਦਾ ਉੱਚਾ ਜੇ ਕੋਈ ਵਿਦਵਾਨ ਅਕਾਲ ਪੁਰਖ ਹੀ ਹੈ। ਕਿ ਹੁਸਨ ਅਲ ਵਜ਼ੂ ਹੈ ਸੋ ਜਿੰਨਾ ਵੀ ਧਰਤੀ ਦੇ ਉੱਪਰ ਸੁੰਦਰਤਾ ਹੈ ਨਾ, ਸੁੰਦਰਤਾ ਸੋ ਇਹ ਸਾਰੀ ਸੁੰਦਰਤਾ ਦਾ ਕੇਂਦਰੀ ਹੈ, ਸਾਰੀ ਸੁੰਦਰਤਾ ਦਾ ਵਜੂਦ ਅਕਾਲ ਪੁਰਖ ਵਾਹਿਗੁਰੂ ਹੈ। ਸੋ ਸਾਧ ਸੰਗਤ ਜੀ ਜਿਵੇਂ ਨਾ ਕੋਈ ਬੜਾ ਸੋਹਣਾ ਵਿਅਕਤੀ ਹੋਵੇ ਜਾਂ ਕੋਈ ਇਸਤਰੀ ਹੋਵੇ ਬੜੀ ਜ਼ਿਆਦਾ ਸੁੰਦਰ, ਸਾਧ ਸੰਗਤ ਜੀ ਇਕੱਲਾ ਚੰਮ ਸੁੰਦਰ ਹੈ ਉਹਦੇ ਵਿੱਚ ਜਿਹੜੀ ਜੋਤ ਹੈ ਨਾ, ਜੋਤ ਅਕਾਲ ਪੁਰਖ ਵਾਹਿਗੁਰੂ, ਜਦ ਤੱਕ ਉਹ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ ਜਦ ਤੱਕ ਉਹ ਚੰਮ ਸੁੰਦਰ ਲੱਗੇਗਾ। ਜਦੋਂ ਉਹ ਜੋਤ ਨਿਕਲ ਗਈ ਸਾਧ ਸੰਗਤ 10 ਘੰਟਿਆਂ ਤੋਂ ਬਾਅਦ ਆਪਾਂ ਲਾਸ਼ ਨੂੰ ਜੇ ਰੱਖ ਕੇ ਦੇਖੀਏ ਮੁਸਕ ਮਾਰਨ ਲੱਗ ਜਾਂਦੀ ਹੈ, ਬਦਬੂ ਮਾਰਨ ਲੱਗ ਜਾਂਦੀ ਹੈ, ਕੋਈ ਲਵੇ ਨਹੀਂ ਖੜਦਾ ਚਾਹੇ ਜਿੰਨਾ ਮਰਜ਼ੀ ਸੁੰਦਰ ਕੋਈ ਹੋਵੇ। ਸੋ ਜਿੰਨੀ ਵੀ ਸੁੰਦਰਤਾ ਹੈ ਨਾ ਸਾਰੀ ਸੁੰਦਰਤਾ ਦਾ ਵਜੂਦ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ, ਤਮਾਮ ਰਜ਼ੂ ਹੈ। ਸੋ ਸਾਧ ਸੰਗਤ ਜੀ ਰਜ਼ੂ ਸਾਰੇ ਜਿੰਨੇ ਵੀ ਸਾਧ ਸੰਗਤ ਜੀ ਸੁੰਦਰਤਾ ਦੇ ਚਾਹਵਾਨ ਵਿਅਕਤੀ ਨੇ ਨਾ ਉਹਨੂੰ ਉਸ ਦੀ ਸੁੰਦਰਤਾ ਦੀ ਵਾਹ ਕਰਦੇ ਨੇ, ਉਸ ਦੀ ਸੁੰਦਰਤਾ ਦੇਖਣਾ ਚਾਹੁੰਦੇ ਹਨ। ਹਮੇਸ਼ਾ ਸਲਾਮ ਹੈ ਸੋ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਦਰਬਾਰ ਹੈ, ਇਕਬਾਲ ਹੈ, ਹਮੇਸ਼ਾ ਹੀ ਬੁਲੰਦ ਹੈ। ਸੈਲੀ ਖਤਮ ਉਦਾਮ ਹੈ ਸੋ ਇੱਕ ਰਸਤਾ ਹੈ, ਉਹ ਇੱਕ ਰਸ ਹੈ ਉਹ ਅਕਾਲ ਪੁਰਖ ਵਾਹਿਗੁਰੂ। ਇਹ ਨਹੀਂ ਹੈ ਬਈ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਹੈ ਜੋ 500 ਸਾਲ ਦੀ ਉਮਰ ਹੈ ਉਹਦੀ ਜਾਂ 100 ਸਾਲ ਦੀ ਉਮਰ ਹੈ। ਸੋ ਇੱਕ ਰਸ ਹੈ, ਮੁਦਾਮ ਨਾਮ ਕੁਲਾਂ ਦਾ ਹੈ। ਸੋ ਜੇ ਆਪਾਂ ਦੇਖੀਏ ਆਪਣੀ ਜਦ ਕੁਲ ਸ਼ੁਰੂ ਹੋਈ ਸੀ ਜਦ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੈ, ਆਪਣੇ ਕੁਲ ਦੇ ਮੱਧ ਦੇ ਵਿੱਚ ਵੀ ਅਕਾਲ ਪੁਰਖ ਵਾਹਿਗੁਰੂ ਸੀ। ਆਪਾਂ ਜਦ ਹੈ ਆਪਣੇ ਸਮੇਂ ਵੀ ਅਕਾਲ ਪੁਰਖ ਵਾਹਿਗੁਰੂ ਹੈ, ਜਦ ਆਪਣਾ ਸਾਰਿਆਂ ਦੀਆਂ ਕੁਲਾਂ ਨੇ ਨਾਸ਼ ਹੋ ਜਾਣਾ ਤਦ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਰਹਿਣਾ ਹੈ।
ਸੋ ਕਿਆ ਕਹਿੰਦੇ ਨੇ ਵੀ ਉਹ ਅਕਾਲ ਪੁਰਖ ਵਾਹਿਗੁਰੂ ਹੈ ਜਿਹੜਾ ਉਹ ਇੱਕ ਰਸ ਹੈ ਕੁਲਾਂ ਦੀਆਂ ਸਥਿਰ ਖੜਾ ਰਹਿੰਦਾ ਹੈ। ਗਨੀ ਮੁਲ ਸ਼ਿਕਸਤੈ। ਸੋ ਜਿੰਨੇ ਵੀ ਪਾਪੀ ਲੋਕ ਨੇ ਨਾ पाप समूह विनाशन को कल की अवतार कहावेंगे पल भाग तुरकच्छ तुरंग सपक्ष बड़ो करकार कृपान कम पावेंगे। सो जिहड़ा अकाल पुरख वाहिगुरू है ना वो पापियां नूं मारन वाला है। हर जुग जुग भगत उपाया पैज रखदा आया राम राजे हरनाक्ष दुष्ट मारिया प्रहलाद तराया। सो जिहड़ा अकाल पुरख वाहिगुरू है पापियां नूं मारन वाला है शिकस्त देण वाला है। शिकस्त नाम अरबी दे विच हराउण दा है। गरीबुल पवस्तै। सो अपने गरीब निवाजा नूं गरीब निवाज है वो वाहिगुरू। सो अपने भगतां नूं निवाजदा है निवाजण वाला है। सो ऐसा है वो अकाल पुरख। बेलंदल मकान है। सो दा जिहड़ा मकान है बहुत ही बड़ा है। सो बलिहारी कुदरत वसिया 13 अंतरां जाई लखिया। सो कई मूर्ख मती दे विच ये कह दिंदे ने भी जिहड़ा अकाल पुरख वाहिगुरू है कुदरती अकाल पुरख है। सो नहीं साध संगत जी जे इन्हां ने गुरबाणी नहीं पढ़ी उन्हां नूं कित्थे पता होवेगा। सो गुरबाणी विच स्पष्ट लिखिया बलिहारी कुदरत वसिया। भाई जिहड़ी कुदरत है अकाल पुरख वाहिगुरू दा घर है। सो जिवें अपना घर है आपां किसे कोठी दे विच रहिंदे आ किसे मकान दे विच जे रहिंदे आ ਤਾਂ ਆਪਾਂ ਕਿਸੇ ਬੰਦੇ ਦੇ ਸਰੀਰ ਨੂੰ ਇਹ ਨਹੀਂ ਕਹਿ ਸਕਦੇ ਵੀ ਉਹਦਾ ਜਿਹੜਾ ਮਕਾਨ ਹੈ ਉਹੀ ਉਸਦਾ ਸਰੀਰ ਹੈ ਜਾਂ ਜਿਹੜਾ ਮਕਾਨ ਹੈ ਉਹੀ ਉਹ ਬੰਦਾ ਹੈ। ਮਕਾਨ ਅਲੱਗ ਚੀਜ਼ ਹੈ। ਮਕਾਨ ਦੇ ਵਿੱਚ ਬੰਦਾ ਰਹਿੰਦਾ ਹੈ ਪਰ ਮਕਾਨ ਬੰਦਾ ਨਹੀਂ ਹੈ। ਸੋ ਸਾਧ ਸੰਗਤ ਜੀ ਉਸੇ ਤਰ੍ਹਾਂ ਦੇ ਨਾਲ ਜਿਹੜੀ ਕੁਦਰਤ ਹੈ ਅਕਾਲ ਪੁਰਖ ਵਾਹਿਗੁਰੂ ਨਹੀਂ ਹੈ। ਅਕਾਲ ਪੁਰਖ ਵਾਹਿਗੁਰੂ ਕੁਦਰਤ ਦੇ ਵਿੱਚ ਵੱਸਦਾ ਹੈ। सो कुदरत उसका घर है। सो ऐसा है बेअंत दा मकान बहुत ही वड्डा है। जमीन उल जमान है। सो जमीन दे विच भी उहदा मकान है ते जमान। सो साध संगत जी आकाश दे विच भी उसका मकान है एडा वड्डा है ओह वाहिगुरू तमीजुल तमाम है। सो साध संगत जी तमीजुल। सो जिन्ने भी तमीज़ दे गुण ने जिन्ने भी साध संगत जी आप अंग्रेजी कह लिए मैनर्स हो गई जिन्हें भी आदर्श भाव हो गए वो साध संगत जी सारे आदर्श भाव उस तो ही पैदा हुए ने। सो सारे आदर्श भावां दा खजाना है वो रजूअल ने दान है। सो जिन्हें भी आदर्श भाव ने सारियां दा खजाना वो अकाल पुरख वाहिगुरू आप ही है। हरी फुल अजीम है। सो साध संगत जी हरी फुल अजीम है। सो सारिਆਂ ਨੂੰ हरा भरा करने वाला है सारिਆਂ ਦੇ पेट भरन वाला है। रज़ाइक यकीन है। सो यकीन है बई ये चीज़ का आपां नूं पक्का यकीन है भी अकाल पुरख वाहिगुरू जद तक है सारिਆਂ ਨੂੰ रोटी मिलती रहेगी। ये कोई शक नहीं है भी अकाल पुरख वाहिगुरू दे हुंदे किसे कोई भुखा रह जावे। सो सारे ਉਹਦੇ ਹੁੰਦੇ ਸਾਰਿਆਂ ਨੂੰ अपनी रोटी का यकीन है भी सानूं रोटी मिलती रहेगी। अनेकुल तरंग है। सो साध संगत जी ਜਿਹੜੇ ਉਹਦੇ ਮਨ ਦੀਆਂ ਤਰੰਗਾਂ ਨੇ ਅਨੇਕਾਂ ਹਨ। ਭੇਦ ਹੈ ਅਪੰਗ ਹੈ। ਸੋ ਉਹਦਾ ਭੇਦ ਨਹੀਂ ਪਾਇਆ ਜਾ ਸਕਦਾ। ਭੇਦਾਂ ਤੋਂ ਰਹਿਤ ਹੈ ਉਹ ਅਕਾਲ ਪੁਰਖ ਵਾਹਿਗੁਰੂ। ਅਪੰਗ ਹੈ ਸੋ ਭੰਗਣ ਤੋਂ ਰਹਿਤ ਹੈ। ਕੋਈ ਉਸ ਨੂੰ ਭੰਗ ਨਹੀਂ ਕਰ ਸਕਦਾ ਉਸ ਦੇ ਰੁਤਬੇ ਨੂੰ। ਅਜ਼ੀਜ਼ੁਲ ਨਿਵਾਜ਼ है। सो अपने अजीज़ा नूं नवाजदा है गरीब निवाज है। गनीमुल खिराज है। सो जिहड़े पापी ने उन्होंने वढदा टुकदा है। नरकत स्वरूप है। नरकत नाम अंत नहीं पाया जा सकता। उसके स्वरूप का पारावार नहीं पाया जा सकता। तिरमुक्त बेपूत है। तिन्ने गुणों तो मुक्त है वो रजो समो अते रजो समो ते तपोगुण। सो साध संगत जी अपना शरीर है रजोगुण तमोगुण तो सतोगुण के नाल बनिया है। सो जिहड़ा अकाल पुरख वाहिगुरू है ना जिहड़ा पर ये तिन्ने गुणों तो रहत है। रजो तो रहत है भी भूत नाम साध संगत जी धातुआं दा 5 तत्तां दा है। सो अपना शरीर है जिहड़ा 3 गुण रजोगुण तमोगुण तो सतोगुण ते 5 तत्त धरती आकाश पताल
ਹਵਾ ਅਤੇ ਅੱਗ ਨਾਲ ਸਾਧ ਸੰਗਤ ਜੀ ਆਪਣਾ ਜਿਹੜਾ ਅਤੇ ਪਾਣੀ ਦੇ ਨਾਲ ਸਰੀਰ ਤਿਆਰ ਹੋਇਆ। ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹ ਰਜੋ ਗੁਣ, ਤਮੋ ਗੁਣ, ਸਤੋ ਗੁਣ ਨਾਲ ਪੈਦਾ ਹੋਇਆ ਅਤੇ ਸਾਧ ਸੰਗਤ ਜੀ ਉਹ ਪੰਜੇ ਤੱਤਾਂ ਤੋਂ ਉਸਦਾ ਸਰੀਰ ਰਹਿਤ ਹੈ। ਪਰ ਭੁਗਤ ਪ੍ਰਭਾ ਹੈ, ਸੋ ਉਹਦੀ ਪ੍ਰਭੂਤਾ ਹੈ, ਉਹਦਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਸੋ ਜੁਗਤ ਸੋਦਾ ਹੈ, ਸੋ ਜਿਹੜੇ ਉਹਦੀਆਂ ਜੁਗਤੀਆਂ ਨੇ ਉਹਦਾ ਜਿਹੜਾ ਨਾਮ ਜਪਦਾ ਹੈ ਉਹ ਹਮੇਸ਼ਾ ਲਈ ਅਮਰ ਹੋ ਜਾਂਦਾ ਹੈ। ਸਦੇਵੰ ਸਰੂਪ ਹੈ, ਉਹਦਾ ਸਰੂਪ ਹਮੇਸ਼ਾ ਲਈ ਰਹਿਣ ਵਾਲਾ ਹੈ। ਅਭੇਦੀ ਅਨੂਪ ਹੈ, ਸੋ ਅਕਾਲ ਪੁਰਖ ਵਾਹਿਗੁਰੂ ਭੇਦਾਂ ਤੋਂ ਰਹਿਤ ਹੈ, ਅਨੂਪ ਉਪਮਾ ਤੋਂ ਰਹਿਤ ਹੈ। ਉਹ ਸਮਸਤੋ ਪਰਾਜ ਹੈ, ਸੋ ਸਾਰੀ ਸ੍ਰਿਸ਼ਟੀ ਨੂੰ ਪਰਾਜਣ ਹਰਾਣੇ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਸੋ ਸਾਧ ਸੰਗਤ ਜੀ ਸਮਸਤੋ ਪਰਾਜ ਹੈ। ਇਹਦੇ ਡੂੰਘੇ ਅਰਥ ਜੇ ਕਰਕੇ ਦੇਖੀਏ ਨਾ, ਜਿਵੇਂ ਕੋਈ ਵੱਡਾ ਆਪਣੇ ਆਪ ਨੂੰ ਜਤੀ ਸਤੀ ਕਹਾਵੇ, ਸੋ ਵੱਡਾ ਜ਼ਿਆਦਾ ਆਪਣੇ ਆਪ ਨੂੰ ਕਹਾਵੇ ਮੈਂ ਬ੍ਰਹਮਚਾਰੀ ਹਾਂ, ਵੀ ਮੈਂ ਕਾਮ ਨੂੰ ਜਿੱਤ ਲਿਆ। ਸੋ ਅਕਾਲ ਪੁਰਖ ਵਾਹਿਗੁਰੂ ਐਸਾ ਕੁਛ ਕਰੇਗਾ, ਕਾਮ ਦੀ ਐਸਾ ਬਾਣ ਮਾਰੇਗਾ, ਕਾਮ ਦਾ ਐਸਾ ਰੂਪ ਧਾਰਨ ਕਰਕੇ ਆਵੇਗਾ, ਚਾਹੇ ਝੁਕ ਕੇ ਹੀ ਆਵੇ ਸਾਧ ਸੰਗਤ ਜੀ, ਉਹਨੂੰ ਮਹਾਂਪੁਰਖ ਨੂੰ ਹਰਾ ਦੇਵੇਗਾ। ਸੋ ਜਿਵੇਂ ਵਿਸ਼ਵਾਮਿੱਤਰ ਮਹਾਮੁਨੀ ਨੂੰ ਸਾਧ ਸੰਗਤ ਜੀ ਮੇਨਕਾ ਰੂਪੀ ਅਫਸਰਾਂ ਨੇ ਰਝਾ ਲਿਆ ਸੀ, ਜਿੰਨਾ ਵੀ ਤਪ ਕਰਿਆ ਸੀ ਸਾਰਾ ਤਪ ਨਸ਼ਟ ਹੋ ਗਿਆ ਸੀ ਕਾਮ ਦੀ ਕ੍ਰੀੜਾ ਦੇ ਕਰਕੇ। ਸੋ ਸਮਸਤੋ ਪਰਾਜ ਹੈ, ਸਾਰੀ ਸ੍ਰਿਸ਼ਟੀ ਨੂੰ ਸਾਜਦਾ ਵੀ ਹੈ। ਜਿੰਨੇ ਵੀ ਰਾਜ ਨੇ ਉਹਨਾਂ ਨੂੰ ਹੰਕਾਰ ਦਿੰਦਾ ਹੈ, ਹੰਕਾਰ ਦੇ ਕੇ ਉਹਨਾਂ ਤੋਂ ਰਾਜ ਕਰਵਾਉਂਦਾ ਸ੍ਰਿਸ਼ਟੀ ਦਾ, ਸੋ ਉਹਨਾਂ ਤੋਂ ਪਾਪ ਕਰਵਾਉਂਦਾ ਹੈ। ਪਰ ਫਿਰ ਸਾਧ ਸੰਗਤ ਜੀ ਫਿਰ ਆਪ ਹੀ ਅਵਤਾਰ ਧਾਰਦਾ ਹੈ ਅਤੇ ਫਿਰ ਆਪ ਹੀ ਉਹਨਾਂ ਦਾ ਹੰਕਾਰ ਤੋੜ ਕੇ ਉਹਨਾਂ ਨੂੰ ਹਰਾ ਦਿੰਦਾ ਹੈ। ਸਦਾ ਸਰਬ ਸਾਜ ਹੈ, ਸੋ ਸਾਰੀ ਸ੍ਰਿਸ਼ਟੀ ਨੂੰ ਉਹੀ ਸਾਜਣ ਵਾਲਾ ਹੈ, ਹਮੇਸ਼ਾ ਸਾਜਦਾ ਰਹੇਗਾ। ਇਹ ਨਹੀਂ ਆ ਸਾਧ ਸੰਗਤ ਜੀ ਬਈ ਅੱਜ ਜੇ ਕਿਸੇ ਨੇ ਦਰਖਤ ਕੱਟਤਾ ਤਾਂ ਕੱਲ੍ਹ ਨੂੰ ਦਰਖਤ ਹੋਣਾ ਹੀ ਨਹੀਂ, ਬਈ ਧਰਤੀ 'ਤੇ ਦਰਖਤ ਆਖਰੀ ਹੋਇਆ ਹੈ ਵੀ ਮੁੜ ਕੇ ਕਦੇ ਪੈਦਾ ਹੀ ਨਹੀਂ ਹੋਣਾ। ਸੋ ਹਮੇਸ਼ਾ ਸਾਜਦਾ ਹੀ ਰਹਿੰਦਾ ਹੈ, ਉਹ ਕਦੇ ਰੁਕਦਾ ਨਹੀਂ ਹੈ। ਸਮਸਤੋ ਸਲਾਮ ਹੈ, ਸੋ ਜਿੰਨੇ ਵੀ ਲੋਕ ਨੇ ਉਸਨੂੰ ਸਲਾਮਾ ਕਰਦੇ ਹਨ। ਸਦੈਵਲ ਅਕਾਮ ਹੈ, ਹਮੇਸ਼ਾ ਸਲਾਮਾ ਕਰਦੇ ਸਨ, ਹਮੇਸ਼ਾ ਸਲਾਮਾ ਕਰਦੇ ਹਨ ਅਤੇ ਸਲਾਮਾ ਕਰਦੇ ਰਹਿਣਗੇ। ਅਕਾਮ ਹੈ, ਕਾਮਨਾ ਤੋਂ ਰਹਿਤ ਹੈ ਉਹ ਵਾਹਿਗੁਰੂ। ਅਕਾਮ ਹੈ ਅਤੇ ਹਮੇਸ਼ਾ ਸਦੈਵਲ ਅਕਾਮ ਹੈ, ਅਤੇ ਇੱਕ ਇਹਦਾ ਅਰਥ ਹੋਰ ਬਣ ਗਿਆ ਬਾਈ ਜਿੰਨੀ ਵੀ ਵਾਰ ਕਿਸੇ ਨੇ ਪਾਇਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਾਮਨਾ ਤੋਂ ਰਹਿਤ ਹੋ ਕੇ ਪਾਇਆ ਹੈ। ਜਿਹਦੇ ਮਨ ਦੇ ਵਿੱਚ ਵਿਸ਼ੇ ਵਿਕਾਰਾਂ ਦੀ ਕਾਮਨਾ ਹੈ, ਭੋਗਾਂ ਦੀ ਕਾਮਨਾ ਹੈ, ਉਹ ਅਕਾਲ ਪੁਰਖ ਨੂੰ ਪਾ ਨਹੀਂ ਸਕਦਾ। ਸਦੈਵ ਦਾ ਕਾਮ ਹੈ, ਜਿਹੜਾ ਵੀ ਜਿਸਨੇ ਵੀ ਹਮੇਸ਼ਾ ਪਾਇਆ ਹੈ ਨਾ, ਉਹ ਕਾਮਨਾ ਤੋਂ ਰਹਿਤ ਹੋ ਕੇ ਪਾਇਆ ਹੈ। ਨਿਰਬਾਧ ਸਰੂਪ ਹੈ, ਸੋ ਬਾਧਾਵਾਂ ਤੋਂ ਰਹਿਤ ਹੈ, ਕੋਈ ਬਾਧਾ ਨਹੀਂ ਹੈ, ਕਿਸੇ ਪ੍ਰਕਾਰ ਦੀ ਬਾਧਾ ਦੇ ਵਿੱਚ ਨਹੀਂ ਹੈ, ਕਿਸੇ ਪ੍ਰਕਾਰ ਦੀ ਅੜਚਨ ਨਹੀਂ ਹੈ ਉਸਦੇ। ਇਹ ਨਹੀਂ ਉਹਦੇ ਗੋਡੇ ਅੜਕ ਗਏ ਜਾਂ ਉਹਦੇ ਸਾਧ ਸੰਗਤ ਕੂਹਣੀਆਂ ਅੜਕ ਗਈਆਂ, ਸੋ ਐਸਾ ਨਹੀਂ ਹੈ। ਉਹ ਅਕਾਲ ਪੁਰਖ ਵਾਹਿਗੁਰੂ ਬਾਧਾਵਾਂ ਤੋਂ ਰਹਿਤ ਹੈ। ਉਹਦਾ ਸਰੂਪ ਅਗਾਧ ਹੈ, ਅਨੂਪ ਹੈ, ਗਾਣੇ ਤੋਂ ਰਹਿਤ ਹੈ, ਉਹਦਾ ਅਗਾਧ ਬੋਧ ਤੋਂ ਰਹਿਤ, ਆਪਣੀ ਬੁੱਧੀ ਤੋਂ ਰਹਿਤ ਹੈ, ਆਪਾਂ ਉਹਦਾ ਅੰਤ ਨਹੀਂ ਪਾ ਸਕਦੇ। ਸਾਧ ਸੰਗਤ ਜੀ ਅਨੂਪ ਉਪਮਾ ਤੋਂ ਰਹਿਤ ਹੈ ਉਹ ਵਾਹਿਗੁਰੂ। ਓੰਕਾਰ ਰੂਪੇ, ਸੋ ਓੰਕਾਰ ਬ੍ਰਹਮਾ ਉਤਪਾਤ ਓੰਕਾਰ ਕੀਆ ਜਿਨਚਿਤ ਓੰਕਾਰ ਵੇਦ ਨਿਰੰਭੈ ਓੰਕਾਰ ਸੈਲ ਜੁਗ ਭਏ। ਸੋ ਓੰਕਾਰ ਰੂਪੇ, ਸੋ ਜਿਹੜਾ ਉਹ ਅਕਾਲ ਪੁਰਖ ਇੱਕ ਓੰਕਾਰ ਸਰੂਪ ਅਕਾਲ ਪੁਰਖ ਵਾਹਿਗੁਰੂ ਜੀ, ਓੰਕਾਰ ਜਿਹੜਾ ਸਾਰਿਆਂ ਦਾ ਪ੍ਰਕਾਸ਼ਕ ਹੈ, ਓੰਗ ਨਾਮ ਪ੍ਰਕਾਸ਼ਕ ਦਾ ਹੈ। ਸੋ ਸਾਰਿਆਂ ਤੋਂ ਧੁਰਕਾਲ ਤੋਂ ਹੀ ਸਾਰਿਆਂ ਨੂੰ ਪ੍ਰਕਾਸ਼ਮਾਨ ਕਰਦਾ ਆ ਰਿਹਾ ਹੈ। ਸੋ ਇਹ ਨਹੀਂ ਵੀ ਅੱਜ ਤੋਂ ਉਹਨੇ ਸਾਰਿਆਂ ਨੂੰ ਜੋਤ ਦੇਣੀ ਸ਼ੁਰੂ ਕਰੀ ਆ, ਵੀ ਕੱਲ੍ਹ ਤੋਂ ਇਨਸਾਨ ਪੈਦਾ ਕਰੇ ਉਸਨੇ, ਨਹੀਂ ਪਰਸੋਂ ਤੋਂ ਕਰੇ, ਨਹੀਂ। ਸਾਧ ਸੰਗਤ ਜੀ ਬਈ ਜਾਂ ਇਹ ਹੋਵੇ ਬਈ ਇਨਸਾਨਾਂ ਨੂੰ ਪੈਦਾ ਹੋਇਆ ਨੂੰ 100 ਸਾਲ ਹੋ ਗਏ, ਬਈ ਅਕਾਲ ਪੁਰਖ ਵਾਹਿਗੁਰੂ ਅੱਡ ਤੋਂ ਪ੍ਰਕਾਸ਼ ਕਰਨ ਲੱਗਿਆ ਹੈ, ਨਹੀਂ। ਸਾਧ ਓੰਕਾਰ ਰੂਪੇ ਜਦੋਂ ਦੀ ਧਰਤੀ ਬਣੀ ਹੈ ਉਦੋਂ ਤੋਂ ਵੀ ਪਹਿਲਾਂ ਦਾ ਉਹ ਸਾਰਿਆਂ ਨੂੰ ਪ੍ਰਕਾਸ਼ਮਾਨ ਕਰਦੇ ਆ ਰਿਹਾ ਹੈ। ਰੂਪੇ ਜਿਹੜਾ ਦਾ ਸਰੂਪ ਹੈ ਸਾਰਿਆਂ ਨੂੰ ਪ੍ਰਕਾਸ਼ਮਾਨ ਕਰਦਾ ਹੈ। ਸੋ ਜਿਹੜੀ ਆਪਣੇ ਅੰਦਰ ਜੋਤ ਹੈ ਨਾ ਸਾਧ ਸੰਗਤ ਜੀ, ਇਹ ਅਕਾਲ ਪੁਰਖ ਦਾ ਸਰੂਪ ਹੀ ਹੈ, ਜਿਹੜੀ ਆਪਣੀ ਆਤਮਾ ਹੈ। ਸੋ ਇਹ ਆਤਮਾ ਅਕਾਲ ਪੁਰਖ ਦੀ ਜੋਤ ਆਪਾਂ ਨੂੰ ਪ੍ਰਕਾਸ਼ ਕਰ ਰਹੀ, ਆਪਣੀ ਬੁੱਧੀ ਆਪਣੇ ਸਰੀਰ ਨੂੰ ਚਲਾ ਰਹੀ ਹੈ, ਇਹ ਪ੍ਰਕਾਸ਼ ਕਰ ਰਹੀ ਹੈ। ਅਨਾਦ ਸਰੂਪੇ, ਸੋ ਅਨਾਦਿ ਕਾਲ ਤੱਕ ਹੈ, ਉਹਦੇ ਕਾਲ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ।
ਇਹ ਨਹੀਂ ਕਹਿ ਸਕਦੇ ਬਈ ਅਕਾਲ ਪੁਰਖ ਵਾਹਿਗੁਰੂ ਦੀ ਉਮਰ 3 ਕਰੋੜ ਯੁੱਗ ਹੈ, 4 ਕਰੋੜ ਯੁੱਗ ਹੈ। ਜਿਵੇਂ ਸਾਧ ਸੰਗਤ ਬ੍ਰਹਮਾ ਦੀ ਉਮਰ ਹੈ ਜੋ 100 ਸਾਲ ਦੀ ਹੈ। ਸੋ ਇਹ ਜਿਵੇਂ ਗਣਨਾ ਸਾਧ ਸੰਗਤ ਕਰਨੀ ਹੁੰਦੀ ਹੈ, ਇਹ 100 ਸਾਲ ਦੇਵਤਿਆਂ ਦੇ 100 ਸਾਲ ਮੰਨਦੇ ਨੇ। ਸੋ ਜਿਵੇਂ ਆਪਣੇ 360 ਸਾਲ ਹੋ ਗਏ ਉਰੇ ਧਰਤੀ ਦੇ ਉੱਪਰ ਦੇਵਤਿਆਂ ਦਾ ਇੱਕ ਦਿਨ ਬੀਤਦਾ ਹੈ। ਸੋ ਜਦੋਂ ਸਾਧ ਸੰਗਤ ਜੀ ਬ੍ਰਹਮਾ ਦੇ 100 ਸਾਲ ਪੂਰੇ ਹੋ ਜਾਣਗੇ ਨਾ, ਉਸ ਸਮੇਂ ਸਾਧ ਸੰਗਤ ਜੀ ਫਿਰ ਇੱਕ ਬ੍ਰਹਮਾ ਮਰ ਜਾਵੇਗਾ। ਫਿਰ ਵਿਸ਼ਨੂੰ ਦੀ ਉਮਰ ਹੈ ਜਿਹੜੀ ਬ੍ਰਹਮਾ ਤੋਂ 700 ਗੁਣਾ ਜ਼ਿਆਦਾ ਹੈ, ਵਾਹਿਗੁਰੂ 7 ਗੁਣਾ ਜ਼ਿਆਦਾ ਹੈ। ਸੋ ਉਦੋਂ ਬਾਅਦ ਫਿਰ ਸ਼ਿਵ ਜੀ ਦੀ ਉਮਰ ਹੈ ਜਿਹੜੀ ਵਿਸ਼ਨੂੰ ਤੋਂ 7 ਗੁਣਾ ਜ਼ਿਆਦਾ ਹੈ। ਸੋ ਇਸ ਤਰ੍ਹਾਂ ਦੇ ਨਾਲ ਦੇਵਤਿਆਂ ਦੀਆਂ ਉਮਰਾਂ ਬੰਨੀਆਂ ਹੋਈਆਂ ਨੇ ਸਾਧ ਸੰਗਤ ਜੀ, ਪਰ ਉਹਦੀ ਕੋਈ ਉਮਰ ਨਹੀਂ ਹੈ। ਅਨਾਦਿ ਕਾਲ ਤੋਂ ਸਰੂਪ ਹੈ, ਅਨੰਗੀ ਅਨਾਮੇ। ਸੋ ਅੰਗਾਂ ਤੋਂ ਰਹਿਤ ਹੈ, ਕੋਈ ਉਹਦਾ ਅੰਗ ਨਹੀਂ ਹੈ, ਕੋਈ ਬਾਂਹ ਨਹੀਂ ਹੈ। ਅਨਾਮੇ ਸੋ ਨਾ ਕੋਈ ਉਹਦੇ ਅੰਗ ਦਾ ਨਾਮ ਹੈ। ਸੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਨੇ, ਇਹ ਅਕਾਲ ਪੁਰਖ ਵਾਹਿਗੁਰੂ ਦੇ ਪੈਰ ਨੇ, ਇਹ ਅਕਾਲ ਪੁਰਖ ਵਾਹਿਗੁਰੂ ਦਾ ਮੂੰਹ ਹੈ ਜਾਂ ਇਹ ਸਿਰ ਹੈ। ਐਸਾ ਨਹੀਂ ਹੈ। ਉਹ ਤ੍ਰਿਭੰਗੀ ਤ੍ਰਿਕਾਮੇ। ਸੋ ਤ੍ਰਿਭੰਗੀ ਤਿੰਨੇ ਲੋਕਾਂ ਨੂੰ ਭੰਗ ਕਰਨ ਵਾਲਾ ਹੈ। ਸੋ ਸਵਰਗ ਲੋਕ ਨੂੰ ਭੰਗ ਕਰ ਸਕਦਾ ਜਦ ਚਾਹਵੇ, ਧਰਤੀ ਨੂੰ ਭੰਗ ਕਰ ਸਕਦਾ ਜਦ ਚਾਹਵੇ, ਜਦ ਚਾਹਵੇ ਪਤਾਲ ਨੂੰ ਭੰਗ ਕਰ ਸਕਦਾ। ਤ੍ਰਿਭੰਗੀ ਤ੍ਰਿਕਾਮੇ ਜਦ ਚਾਹਵੇ ਤਿੰਨੇ ਦੇਵਤਿਆਂ ਨੂੰ ਭੰਗ ਕਰ ਸਕਦਾ। ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਭੰਗ ਕਰ ਸਕਦਾ ਜਦ ਚਾਹਵੇ। ਤ੍ਰਿਭੰਗੀ ਤ੍ਰਿਕਾਮੇ ਰਜੋ ਗੁਣ ਤਮੋ ਗੁਣ ਸਤੋ ਗੁਣ ਨੂੰ ਭੰਗ ਕਰ ਸਕਦਾ ਜਦ ਚਾਹਵੇ, ਮੁਕਾ ਸਕਦਾ ਇਹਨਾਂ ਨੂੰ ਸਾਧ ਸੰਗਤ ਜੀ। ਸੋ ਐਸਾ ਉਹ ਅਕਾਲ ਪੁਰਖ ਵਾਹਿਗੁਰੂ ਹੈ। ਤ੍ਰਿਕਾਮੇ ਤੋਂ ਤਿੰਨੇ ਦੇਵਤਿਆਂ ਨੂੰ, ਤਿੰਨੇ ਕਾਲਾਂ ਨੂੰ, ਤਿੰਨੇ ਸਮਿਆਂ ਨੂੰ, ਤਿੰਨੇ ਸਾਧ ਸੰਗਤ ਜੀ ਤੱਤਾਂ ਜਿਹੜੇ ਗੁਣ ਨੇ ਉਹਨਾਂ ਨੂੰ ਕੰਮ ਲਾਉਣ ਵਾਲਾ ਹੈ, ਕੰਮ ਦੇਣ ਵਾਲਾ ਹੈ ਇਹ ਵਾਹਿਗੁਰੂ। ਤ੍ਰਿਵਰਗੰ ਤ੍ਰਿਬਾਦੇ। ਸੋ ਵਰਗ ਨਾਮ ਸਾਧ ਸੰਗਤ ਜੀ ਏਰੀਆ ਦਾ ਹੋ ਗਿਆ, ਏਰੀਏ ਦਾ। ਸੋ ਤਿੰਨੇ ਲੋਕਾਂ ਦਾ ਜਿੰਨਾ ਵੀ ਏਰੀਆ ਹੈ ਨਾ, ਉਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਫੈਲਿਆ ਹੋਇਆ ਹੈ। ਤ੍ਰਿਬਾਦੇ ਸੋ ਬਾਧਾਵਾਂ ਤੋਂ ਰਹਿਤ ਹੈ। ਸੋ ਜਿਹੜੇ ਰਜੋਗੁਣ ਤਮੋਗੁਣ ਸਤੋਗੁਣ ਬਾਧਾਵਾਂ ਪੈਦਾ ਕਰਦੇ ਨੇ ਨਾ, ਇਹਨਾਂ ਬਾਧਾਵਾਂ ਤੋਂ ਰਹਿਤ ਹੈ। ਤ੍ਰਿਬਾਦੇ ਸੋ ਤਿੰਨੇ ਗੁਣਾਂ ਨੂੰ ਇੱਕ ਲੜੀ ਵਿੱਚ ਪਰੋਣ ਵਾਲਾ ਹੈ, ਬੰਧਣ ਵਾਲਾ ਹੈ ਬਈ ਇੱਕ ਤੋਂ ਇੱਕ ਦੇ ਉੱਪਰ ਇੱਕ ਡਿਪੈਂਡ ਹੈ। ਸੋ ਜਿਵੇਂ ਸਾਧ ਸੰਗਤ ਜੀ ਜਿਹੜਾ ਬ੍ਰਹਮਾ ਵਿਸ਼ਨੂੰ ਮਹੇਸ਼ ਨੇ ਜਿਵੇਂ ਇੱਕ ਦੂਜੇ ਡਿਪੈਂਡ ਨੇ। ਬ੍ਰਹਮਾ ਸਿਰਜਣਾ ਕਰਦਾ ਹੈ, ਸਿਰਜਣਾ ਨੂੰ ਚਲਾਉਣ ਵਾਸਤੇ ਵਿਸ਼ਨੂੰ ਰੋਟੀ ਦਿੰਦਾ ਹੈ। ਫਿਰ ਜੇ ਉਹ ਸਿਰਜਣਾ ਨੂੰ ਮਿਟਾਉਣਾ ਹੈ ਤਾਂ ਸ਼ਿਵ ਜੀ ਹੈ। ਸੋ ਇੱਕ ਦੂਜੇ ਦੇ ਬੰਨੇ ਹੋਏ ਨੇ ਇੱਕ ਲੜੀ ਦੇ ਵਿੱਚ। ਸੋ ਤਿੰਨਾਂ ਨੂੰ ਬੰਨਣ ਵਾਲਾ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਗੰਜੇ ਅਗਾਦੇ ਗੰਜ ਨਾਮ ਕੱਟਣ ਦਾ ਹੈ, ਸੋ ਉਹਨੂੰ ਕੋਈ ਕੱਟ ਨਹੀਂ ਸਕਦਾ। ਅਗਾਦੇ ਗਾਦ ਬੋਲ ਤੋਂ ਰਹਿਤ ਹੈ ਉਹ ਅਕਾਲ ਪੁਰਖ ਵਾਹਿਗੁਰੂ। ਸੁਭੰ ਸਰਬ ਭਾਗੇ। ਸੋ ਸੁਭ ਹੈ ਬੜਾ ਹੀ ਜ਼ਿਆਦਾ ਉਹ ਅਕਾਲ ਪੁਰਖ ਵਾਹਿਗੁਰੂ। ਸਾਰਿਆਂ ਦੇ ਭਾਗ ਜਿਹੜੇ ਨੇ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜਾਗਰ ਕਰਨ ਵਾਲਾ ਹੈ। सो जावलो नहीं भाग लारुदय तावलो भरम ते फिरते बहुत आयो कल कोर समुद्र में बूढ़ ते कबू मिटानी रे पछतायो तत् विचार यह मथुरा डकतार न को अवतार बनायो जपयो जिन अर्जन देव गुरु फिर संकट जोन गर्भ न आयो। सो तिन्ना दे ਜਿਹੜੇ ਸਾਧ ਸੰਗਤ ਜੀ ਉਹ ਅਕਾਲ ਪੁਰਖ ਵਾਹਿਗੁਰੂ ਭਾਗ शुभ शुभ बड़ा ही शुभ है भाग ललार खोलने वाला है हो वाहिगुरु। शुभं सर्ब भागे सो सर्बा अनुरागे। सो साध संगत जी अनुराग प्रेम है। सो सारिਆਂ ਦੇ ਵਿੱਚ प्रेम रूप करके आप ही व्यापक है। सो जिवें कईयां ਨੂੰ साध संग प्रकृति नाल प्रेम ਹੁੰਦਾ है, कईयां ਨੂੰ जिवें इस्त्रियां ਨੂੰ पुरुषां नाल प्रेम हो गया, पुरुषां ਨੂੰ इस्त्रियां नाल प्रेम हो गया। ਉਹ ਜਿਹੜਾ प्रेम है वो भी अकाल पुरख वाहिगुरू आप ही है। सो साध संगत जी ये ना बड़ी सूक्ष्म विचार है। सो बड़ी ही साध संग सूक्ष्म बुद्धि नाल समझी जा सकती है। ये जे आपां मोटी बुद्धि लेके जावांगे ना साध संगत जी ये समझ च नहीं आउणगे विचार। बड़ी सूक्ष्म बिरती दे नाल समझण वाले ने बड़े ये समझण वास्ते आपां नूं समझना पवेगा गुरु गोबिंद सिंह साहब महाराज किस लैवल ते जाके बाणी उचार रहे ने। सो महाराज साहब इस लैवल ते उचार रहे ने बई जर्रे जर्रे दे विच उन्हां नूं अकाल पुरख दिस रहा है। सो प्रेमियां दा प्रेम भी अकाल पुरख वाहिगुरू आप ही है, भोगियां दा भोग भी अकाल पुरख वाहिगुरू है,
ਕਾਮੀਆਂ ਦਾ ਕਾਮ ਵੀ ਅਕਾਲ ਪੁਰਖ ਵਾਹਿਗੁਰੂ ਹੈ। ਸੋ ਬੜਾ ਹੀ ਸੂਖਮ ਵਿਚਾਰ ਹਨ ਇਹ। ਫਿਰ ਭੁਗਤ ਸਰੂਪ ਹੈ। ਸੋ ਤਿਰ ਭੁਗਤ, ਸੋ ਤ੍ਰੈ ਗੁਣ ਨੇ ਜਿਹੜੇ। ਭੁਗਤ, ਭੁਗਤ ਭਾਵ ਭੋਗਣ ਵਾਲਾ ਸਰੂਪ। ਸੋ ਤਿੰਨੇ ਗੁਣਾਂ ਨੂੰ ਭੋਗਣ ਵਾਲਾ ਸਰੂਪ ਹੈ ਆਪ ਜੀ ਦਾ। ਸੋ ਜਿਵੇਂ ਸਾਧ ਸੰਗਤ ਜੀ ਆਪਾਂ ਜਿਹੜੇ ਮਨੁੱਖਾਂ ਵੀ ਅਕਾਲ ਪੁਰਖ ਵਾਹਿਗੁਰੂ ਦਾ ਹੀ ਸਰੂਪ ਆ। ਸੋ ਆਪਣੇ ਵਿੱਚ ਅਕਾਲ ਪੁਰਖ ਤਿੰਨੇ ਗੁਣਾਂ ਨੂੰ ਭੋਗ ਰਿਹਾ ਹੈ। ਤ੍ਰਿਭੁਗਤ ਸਰੂਪ ਹੈ ਤੇ ਤਿੰਨੇ ਗੁਣਾਂ ਨੂੰ ਭੋਗਣ ਦੀ, ਤਿੰਨੇ ਗੁਣਾਂ ਦਾ ਭੋਗਣ ਵਾਲਾ ਗੁਣ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੀ ਹੈ। ਸੋ ਜੇ ਤਿੰਨੇ ਗੁਣਾਂ ਦੇ ਵਿੱਚ ਭੋਗਣ ਵਾਲਾ ਕੋਈ ਗੁਣ ਨਾ ਹੋਵੇ ਉਹਨੂੰ ਕਿਵੇਂ ਕੋਈ ਭੋਗ ਸਕਦਾ ਸਾਧ ਸੰਗਤ ਜੀ। ਸੋ ਤਿੰਨੇ ਗੁਣਾਂ ਨੂੰ ਭੋਗਣ ਵਾਲਾ ਗੁਣ ਵੀ ਆਪ ਹੀ ਹੈ। ਅਛਿਜ ਹੈ, ਅਛੂਤ ਹੈ, ਛਿੱਜਣ ਤੋਂ ਰਹਿਤ ਹੈ, ਕੋਈ ਛੇਦ ਨਹੀਂ ਕਰ ਸਕਦਾ, ਛੂਣੇ ਤੋਂ ਰਹਿਤ ਹੈ। ਕਿ ਨਰਕ ਪ੍ਰਨਾਸ਼ ਹੈ। ਸੋ ਆਪਣੇ ਭਗਤਾਂ ਦੀ ਨਰਕਾਂ ਦੇ ਗੇੜ ਨੂੰ ਕੱਟ ਦਿੰਦਾ, 84 ਲੱਖ ਜੂਨੀਆਂ ਨੂੰ ਤੋੜ ਦਿੰਦਾ ਹੈ। ਪ੍ਰਤੀਓਲ ਪ੍ਰਵਾਸ ਹੈ। ਸੋ ਸਭ ਤੋਂ ਉੱਚਾ ਉਹਦਾ ਜਿਹੜਾ ਨਿਵਾਸ ਸਥਾਨ ਹੈ ਨਿਰੁਕਤ ਪ੍ਰਭਾ ਹੈ। ਸੋ ਉਹਦੀ ਪ੍ਰਭੂ ਸੱਤਾ ਦਾ ਕੋਈ ਅੰਤ ਨਹੀਂ ਪਾ ਸਕਦਾ, ਮਹਿਮਾ ਦਾ ਅੰਤ ਨਹੀਂ ਪਾ ਸਕਦਾ। ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਸਦੇਵੰ ਸਦਾ ਹੈ। ਉਹਦੀ ਜਿਹੜੀ ਪ੍ਰਭੂ ਸੱਤਾ ਹੈ ਹਮੇਸ਼ਾ ਸੀ, ਹਮੇਸ਼ਾ ਹੈ, ਹਮੇਸ਼ਾ ਰਹੇਗੀ। ਇਹ ਨਹੀਂ ਹੈ ਵੀ ਉਹਦੀ ਜਿਹੜੀ ਮਹਿਮਾ ਹੈ ਅੱਜ ਸੀ ਕੱਲ੍ਹ ਹੈ ਕੱਲ੍ਹ ਨੂੰ ਨਹੀਂ ਰਹੇਗੀ। ਸੋ ਐਸੇ ਨਹੀਂ ਹੈ ਉਹਦੀ ਮਹਿਮਾ। ਮਹਿਮਾ ਉਹਦੀ ਪਿਛਲੇ ਲੋਕਾਂ 'ਚ ਵੀ ਗਾਏ ਸੀ, ਹੁਣ ਵੀ ਗਾਉਂਦੇ ਨੇ ਤੇ ਅੱਗੇ ਵੀ ਗਾਉਂਦੇ ਰਹਿਣਗੇ। ਬੇਭੁਗਤ ਸਰੂਪ ਹੈ। ਸੋ ਭੋਗਾਂ ਤੋਂ ਰਹਿਤ ਹੈ ਸਾਧ ਸੰਗਤ ਤੋਂ ਅਕਾਲ ਪੁਰਖ ਵਾਹਿਗੁਰੂ। ਸੋ ਬੇਭੁਗਤ, ਸੋ ਸਾਧ ਸੰਗਤ ਜੀ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ ਨਾ ਜੀ, ਉਹ ਸਾਰੇ ਪ੍ਰਕਾਰ ਦੇ ਜਿੰਨੇ ਵੀ ਨਾ ਭੋਗਣੇ ਯੋਗ ਭੋਗ ਨੇ ਉਹਨਾਂ ਤੋਂ ਰਹਿਤ ਹੈ। ਐਸਾ ਉਹਦਾ ਸਰੂਪ ਹੈ ਬੇਅੰਤ ਦਾ। ਪਰ ਜੁਗਤ ਅਨੂਪ ਹੈ। ਉਹਦੀ ਜਿਹੜੀ ਨਾਮ ਜਪਣ ਦੀ ਯੁਕਤੀ ਹੈ, ਆਪਾਂ ਸੋਚਦੇ ਵੀ ਉਹਦਾ ਨਾਮ ਜਪਣਾ ਹੈ, ਉਹ ਬੜੀ ਜ਼ਿਆਦਾ ਅਨੂਪ ਹੈ। ਉਹਦੀ ਮਹਿਮਾ ਨਹੀਂ ਪਾਈ ਜਾ ਸਕਦੀ। ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਨਿਰੁਕਤ ਸਦਾ ਹੈ। ਸੋ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਹਮੇਸ਼ਾ ਲਈ ਹੈ। ਬੇਭੁਗਤ ਪ੍ਰਭਾ ਹੈ। ਸੋ ਉਹਦੀ ਪ੍ਰਭੂ ਸੱਤਾ ਹੈ ਜਿਹੜੀ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅਨੁਕਤ ਸਰੂਪ ਹੈ। ਉਕਤੀਆਂ ਤੋਂ ਰਹਿਤ ਹੈ, ਗਣਨੇ ਤੋਂ ਰਹਿਤ ਹੈ ਉਹਦਾ ਸਰੂਪ। ਪਰ ਜੁਗਤ ਅਨੂਪ ਹੈ। ਸੋ ਜਿਹੜੀ ਉਹਦੀ ਯੁਕਤੀ ਹੈ, ਉਹਦੇ ਨਾਮ ਦੀ ਯੁਕਤੀ ਹੈ, ਉਹ ਵੀ ਬੰਦੇ ਨੂੰ ਸਾਧ ਸੰਗਤ ਜੀ ਅਨੂਪ ਬਣਾ ਦਿੰਦੀ ਹੈ। ਜਿਹੜਾ ਭਗਤ ਉਹਦਾ ਨਾਮ ਜਪਦੇ ਨੇ, ਬ੍ਰਹਮ ਗਿਆਨੀ ਆਪ ਨਿਰੰਕਾਰ ਜਿਹੜਾ ਉਹਦਾ ਨਾਮ ਜਪਦੇ ਨੇ ਉਹਦੇ ਵਿੱਚ ਹੀ ਸਮਾ ਜਾਂਦੇ ਹਨ। ਸੋ ਰੇ ਸਾਧ ਸੰਗਤ ਜੀ 132ਵੀਂ ਪੌੜੀ ਤੱਕ ਦੀ ਜੋ ਕਥਾ ਹੈ ਜਾਪ ਸਾਹਿਬ ਦੀ ਸਮਾਪਤ ਹੈ। ਅੱਗੇ ਫਿਰ ਚਾਚਰੀ ਛੰਦ ਜੇ ਚਰਪਟ ਛੰਦ ਦੀ ਜੋ ਕਥਾ ਹੈ ਗੁਰੂ ਸਾਹਿਬ ਕਿਰਪਾ ਕਰਨ ਕੱਲ੍ਹ ਨੂੰ ਸਰਵਣ ਕਰਾਂਗੇ। ਸੋ ਕਰੋੜਾਂ ਗਲਤੀਆਂ ਹੋ ਗਈਆਂ ਜੀ। ਗੁਰੂ ਅਤੇ ਸੰਗਤ ਬਖਸ਼ਣ ਹਾਰੇ ਹਨ। ਪੁੰਨੰਦਰ ਸਾਹਿਬ ਕੋ ਭੁੱਲ ਗੁਰੂ ਕਰਤਾਰ। ਸੋ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰੀਏ ਬਈ ਹੇ ਪਾਤਸ਼ਾਹ ਜੀਓ ਸਾਡੇ ਮਨ 'ਚ ਇੱਕ ਅੱਖਰ ਵਸਾ ਦੇ ਨਾ ਕਰੋ ਅਸੀਂ ਜਿਹਦੇ ਕਰਕੇ ਤਰ ਜਾਈਏ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਸੋ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ, ਐਸੀ ਨਾਮ ਦੀ ਦਾਤ ਬਖਸ਼ਣੀ ਕਰੋ। ਸੋ ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਹੈ ਜੋ ਸਮਾਪਤੀ ਕਰ ਲੈਣੀ ਕਰੀਏ ਜੀ। ਅਨਰੁਕਤ ਸਦਾ ਹੈ ਬੇਭੁਗਤ ਸਰੂਪ ਹੈ। ਬਰ ਜੁਗਤ ਅਨੂਪ ਹੈ। ਬਰ ਸਰੂਪ ਹੈ। ਬਰ ਜੁਗਤ ਅਨੂਪ ਹੈ। हे गोविंद हे गोपाल हे दयाल लाल प्राणनाथ सखे दीन दर्द निवार हे समर्थ पूरण मोहे मया तार अंधकूप महापया नानक पार उतार। सिर जावे ता जावे साडा सिखी सदक ना जावे। सिर जावे ता साडा सिखी सिदक ना जावे। सिर जावे ता जावे साडा सिखी सिदक ना जावे। सिर जावे ता
ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਸਿਰ ਜਾਵੇ ਤਾਂ ਸਾਡਾ ਸਿੱਖੀ ਸਿਦਕ ਨਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।